ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਅਠਵਾਂ ਅਧਿਆਇ ਅਥ ਅਸ਼ਟਮੋ ਅਧਿਆਇ ਪ੍ਰਾਰੰਭ। ਦੋਹਰਾ। ਉਦਮ ਵਰਣੇ ਅਸ਼ਟਮੇ ਦਵਾਦਸ ਛੰਦ ਸਰੋਜ। ਜਾ ਕੋ ਮਨ ਅਲਲਿਤ ਰਸ ਤਾਂ ਕੇ ਸਿੱਧ ਮਨੋਜ। ਉਦਮ ਵਰਣੇ ਅਸ਼ਟਮੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 8ਵੇਂ ਅਧਿਆਇ ਦੀ ਆਪਾਂ ਵਿਚਾਰ ਕਰਨ ਲੱਗੇ ਹਾਂ, ਜਿਸ ਵਿੱਚ 8ਵੇਂ ਅਧਿਆਇ ਦੇ ਵਿੱਚ ਪੰਡਿਤ ਹਰਦਿਆਲ ਜੀ ਜੋ ਹਨ ਬਹੁਤ ਉੱਤਮ ਵਿਚਾਰ ਦੱਸਣਗੇ। ਇਸ 8ਵੇਂ ਅਧਿਆਇ ਵਿੱਚ ਉਦਮ ਦਾ ਜਿਹੜਾ ਕਥਨ ਕਰਨਗੇ। ਵੈਸੇ ਵੀ ਸ਼ੁਰੂ ਵਿੱਚ ਹੀ ਉਦਮ ਦਾ ਕਥਨ ਕਰਨਗੇ। ਉਹ ਉਦਮ ਕਿਹੜਾ, ਉਹ ਚਾਹੇ ਚੰਗਾ ਉਦਮ ਹੈ ਚਾਹੇ ਮਾੜਾ, ਕਿਉਂਕਿ ਉਦਮ ਵੀ ਬੜੇ ਤਰ੍ਹਾਂ ਦੇ ਹੁੰਦੇ ਆ। ਇੱਕ ਚੰਗਾ ਉਦਮ ਹੁੰਦਾ, ਇੱਕ ਮਾੜਾ। ਇੱਕ ਤੇ ਉਹ ਵੀ ਉਦਮ ਹੈ ਜਿਹੜਾ ਵੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ ਪਹਿ ਪਹਿ ਸੋਇਆ। ਬੁਰੇ ਕੰਮ ਨੂੰ ਉੱਠ ਖਲੋਣਾ ਇਹ ਵੀ ਉਦਮ ਹੈ ਇੱਕ, ਪਰ ਉਹ ਮਾੜਾ ਉਦਮ ਹੈ। ਤੇ ਨਾਮ ਦੇ ਵੇਲੇ ਸੌਂ ਸੌਂ ਕੇ ਪੈਣਾ, ਇਹ ਜਿਹੜਾ ਹੈ ਇਹ ਵੀ ਮਾੜਾ ਕੰਮ ਹੈ। ਆਲਸ ਲਿਆਉਣਾ, ਆਲਸ ਵੀ ਮਾੜਾ। ਇਹ ਸਾਰੀ ਚੀਜ਼ਾਂ ਅੱਜ ਆਉਣਗੀਆਂ ਇਸ ਅਧਿਆਇ ਵਿੱਚ। ਬੁਰੇ ਕਾਮ ਕੋ ਊਠ ਖਲੋਇਆ, ਉਹਦੇ ਤੇ ਜਿਹੜਾ ਹੈ ਉੱਠ ਖਲੋਣਾ, ਇਹ ਉਦਮ ਕਰ ਲੈਣਾ। ਅਤੇ ਜਦੋਂ ਨਾਮ ਦੇ ਵੇਲੇ ਉਦਮ ਕਰਨਾ ਸੀ ਚੰਗਾ, ਉਦੋਂ ਸੌਂ ਜਾਣਾ। ਇਹ ਚੰਗੇ ਮਾੜੇ ਉਦਮ ਦਾ ਕਥਨ ਪੰਡਿਤ ਹਰਦਿਆਲ ਜੀ ਕਰਨਗੇ। ਆਓ ਆਪਾਂ ਇਸ 8ਵੇਂ ਅਧਿਆਇ ਦੀ ਵਿਚਾਰ ਕਰੀਏ। 8ਵਾਂ ਅਧਿਆਇ ਆ, ਆਥ ਕਹੀਏ ਹੁਣ। ਅਸ਼ਟਮੋ ਅਧਿਆਇ ਪ੍ਰਾਰੰਭ, ਭਾਵ ਸਾਰ ਕਿਤਾਬਲੀ ਗ੍ਰੰਥ ਦਾ ਜਿਹੜਾ ਅਸ਼ਟਮੋ ਕਹੀਏ 8ਵਾਂ ਅਧਿਆਇ ਹੈ, ਉਹ ਪ੍ਰਾਰੰਭ ਆਰੰਭ ਸ਼ੁਰੂ ਹੁੰਦਾ ਹੈ। ਸ਼ੁਰੂ ਕਰਦੇ ਹਾਂ। ਦੋਹਰਾ ਉਦਮ ਵਰਣੇ ਅਸ਼ਟਮੇ। ਕਹਿੰਦੇ ਆ ਅਸ਼ਟਵੇਂ ਕਹੀਏ 8ਵੇਂ ਅਧਿਆਇ ਦੇ ਵਿੱਚ ਉਦਮ ਜਿਹਨੂੰ ਉਦਮ ਜੋ ਹੁੰਦਾ ਨਾ, ਯਤਨ ਹਿੰਮਤ, ਕਹਿੰਦੇ ਇਸ ਹਿੰਮਤ ਦਾ ਵਰਣੇ ਕਹੀਏ ਵਰਣਨ ਕਰਾਂਗੇ, ਬਿਆਨ ਕਰਾਂਗੇ, ਕਥਨ ਕਰਾਂਗੇ। ਜਾਂ ਉਦਮੀ ਮਨੁੱਖਾਂ ਦਾ ਕਥਨ ਕਰਾਂਗੇ। ਤੇ ਉਦਮੀ ਦੇ ਦੋਵੇਂ ਹੀ ਆ, ਮਾੜਾ ਵੀ ਤੇ ਚੰਗਾ ਵੀ। ਪਰ ਉਦਮ ਦੇ ਸੰਬੰਧ ਵਿੱਚ ਚੰਗੇ ਮਾੜੇ ਦਾ ਵਰਣਨ ਕਰਾਂਗੇ। ਦਵਾਦਸ ਛੰਦ ਸਰੋਜ, ਜਿਸ ਵਿੱਚ ਇਸ ਅਧਿਆਇ ਦੇ ਵਿੱਚ ਕਹਿੰਦੇ ਦਵਾਦਸ ਕਹੀਏ 12 ਛੰਦ, ਸਰੋਜ ਕਹੀਏ ਕਵਲ ਵਰਗੇ ਸੁੰਦਰ ਬਣਾ ਕੇ। ਸਰੋਜ ਨਾਮ ਕਮਲ ਦਾ, ਠੀਕ ਹੈ ਜੀ। ਸਰ ਓਜ ਸੰਧੀਕਰਨ ਕਰਕੇ ਸਰ ਨਾਮ ਸਰੋਵਰ ਦਾ, ਓਜ ਨਾਮ ਬਲ ਦਾ ਹੁੰਦਾ। ਜੋ ਸਰੋਵਰ ਦੇ ਬਲ ਦੇ ਨਾਲ ਹੋਇਆ ਉਹ ਕੀ ਕਵਲ ਫੁੱਲਣੀ, ਜਾਂ ਤਾਲ ਕਹਿ ਲਓ। ਤਾਲ ਤੋਂ ਸਰ ਸਰੋਵਰ ਤੋਂ ਜੋ, ਠੀਕ ਹੈ ਜੀ, ਜਾ ਕਹੀਏ ਪੈਦਾ ਹੋਇਆ ਉਹ ਕੀ ਕਵਲ ਫੁੱਲਣੀ। ਭਾਈ ਸੰਤੋਖ ਸਿੰਘ ਜੀ ਨੇ ਸਰੋਜ ਸ਼ਬਦ ਨੂੰ ਸੱਸੇ ਸਿਹਾਰੀ ਜਿਹੜਾ ਆ ਉਹਨੂੰ ਸਰੋਜ ਲਿਖਿਆ ਹੈ। 10ਵੇਂ ਪਾਤਸ਼ਾਹ ਦੀ ਕਥਾ ਵਿੱਚ ਇੱਥੇ ਸੱਸਾ ਰਾਰੇ ਹੋੜਾ ਜੱਜਾ, ਇਹੀ ਸ਼ੁੱਧ ਪਾਠ ਹੈ। ਸਰੋਜ ਦਾ ਅਰਥ ਕਵਲ ਹੁੰਦਾ ਆ, ਜੋ ਤਾਲ ਤੋਂ ਪੈਦਾ ਹੋਇਆ, ਸਰੋਵਰ ਤੋਂ ਪੈਦਾ ਹੋਇਆ, ਉਹਨੂੰ ਕਵਲ ਕਹੀਦਾ ਆ। ਪੰਡਿਤ ਹਰਦਿਆਲ ਜੀ ਨੇ ਬਿਲਕੁਲ ਸ਼ੁੱਧ ਲਿਖਿਆ, ਪਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੱਸੇ ਨੂੰ ਸਿਹਾਰੀ ਲਾ ਕੇ ਸਰੋਜ ਸ਼ਬਦ ਲਿਖਿਆ 10ਵੇਂ ਪਾਤਸ਼ਾਹ ਦੀ ਕਥਾ ਵਿੱਚ। ਪਰ ਸਰੋਜ ਜਿਹੜਾ ਉਹਦੇ ਇੱਕ ਜਿਹੜੀ ਟਾਂਗ ਰਿਆਸਤ ਹੈ ਨਾ, ਜਿੱਥੇ ਭਗਤ ਧੰਨਾ ਜੀ ਦਾ ਅਵਤਾਰ ਹੋਇਆ, ਉਸ ਟਾਂਗ ਤੋਂ 200 ਮੀਲ ਦੱਖਣ ਪੂਰਬ ਵੱਲ ਹੈ ਰਾਜਸਥਾਨ ਤੋਂ। ਅਤੇ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੰਦੇੜ ਦੀ ਧਰਤੀ ਨੂੰ ਪਵਿੱਤਰ ਕਰਨ ਜਾਂਦੇ ਹੋਏ ਇਸ ਥਾਂ ਵਿਰਾਜੇ ਸਨ। ਉਹ ਬਚਨ ਵੀ ਆਉਂਦੇ ਆ, ਸਰੋਜ ਉਜਨ ਕੋ ਕਰ ਸੰਗਤ ਮੇਲਾ। ਅਤੇ ਇਸ ਪ੍ਰਕਾਰ ਮਹਾਰਾਜ ਉੱਥੇ ਗਏ ਸਨ। ਸਰੋਹ ਵਿਚਾਰ ਸਰੋਜ ਦਾ ਅਰਥ ਆ ਕਿ
ਜਿਹੜਾ ਕਵਲ ਫੁੱਲ, ਭਾਵ ਜੋ ਕਵਲ ਤੋਂ ਪੈਦਾ ਹੋਇਆ। ਸਰੋਜ ਕਵਲ ਵਰਗੇ ਛੰਦ 12 ਕਹਿੰਦੇ ਉਦਮ ਦੇ ਸੰਬੰਧ ਵਿੱਚ ਵਰਨੇ ਕਈ ਵਰਣਨ ਕਰਾਂਗੇ। ਅਸ਼ਟਵੇਂ ਕਈ 8ਵੇਂ ਅਧਿਆਏ ਦੇ ਵਿੱਚ। ਜਾ ਕੋ ਮਾਨ ਅਲ ਲੇਤ ਰਸ, ਜਾ ਕੋ ਕਹੀਏ ਵੀ ਜਿਨ੍ਹਾਂ ਦਾ, ਜਾ ਕੋ ਕਹੀਏ ਜਿਨ੍ਹਾਂ ਦਾ, ਕੋਦ ਅਰਥ ਦਾ, ਜਿਨ੍ਹਾਂ ਦਾ ਇਹ ਮਨ ਕਿੱਦਾਂ ਹਲ ਕਹੀਏ ਭੋਰੇ ਦੀ ਨਿਆਈ, ਜਿਨ੍ਹਾਂ ਦਾ ਮਨ ਭੋਰੇ ਦੀ ਨਿਆਈ ਆ, ਜਾਂ ਕਿ ਜਿਨ੍ਹਾਂ ਦੇ ਮਨ ਭੋਰੇ ਦੀ ਨਿਆਈ ਲੇਤ ਰਸ, ਰਸ ਸਵਾਦ ਨੂੰ ਲੇਤ ਕਹੀਏ ਲੈਂਦਾ ਹੈ ਜਾਂ ਲਵੇਗਾ। ਪਰ ਜਿਨ੍ਹਾਂ ਦਾ ਮਨ ਸਿਧਾਂਤ ਵਾਲਾ ਨਾ, ਉਹ ਮਨ, ਉਹਨਾਂ ਦਾ ਮਨ ਭੋਰਾ ਬਣ ਕੇ ਸਵਾਦ ਲਵੇਗਾ ਇਹਨਾਂ ਛੰਦਾਂ ਦਾ, ਕਵਲ ਵਰਗੇ ਛੰਦਾਂ ਦਾ। ਕਿਉਂਕਿ ਕਵਲ ਉੱਪਰ ਭੋਰਾ ਜਿਹੜਾ ਬੈਠ ਕੇ ਰਸ ਲੈਂਦਾ ਤੇ ਆਪਣੀ ਜਾਨ ਵੀ ਗਵਾ ਪੈਂਦਾ, ਇਸੇ ਤਰ੍ਹਾਂ ਉਹਨਾਂ ਦਾ ਜਗਿਆਸੂ ਜਨਾਂ ਦਾ ਮਨ ਭੋਰੇ ਦੀ ਨਿਆਈ ਸਵਾਦ ਲਵੇਗਾ। ਤਾਂ ਕਿ ਸਿੱਧ ਮਨੋਜ, ਤਾਂ ਕਿ ਕਹੀਏ ਉਸ ਦੇ, ਉਸ ਜਿਹੜਾ ਲਵੇਗਾ, ਜਿਨ੍ਹਾਂ ਦਾ ਮਨ ਭੌਰੇ ਦੀ ਨਿਆਈ ਇਹਨਾਂ ਛੰਦਾਂ ਦਾ ਰਸ ਲਵੇਗਾ ਨਾ ਕਮਲ ਵਰਗਿਆਂ ਦਾ, ਕਹਿੰਦੇ ਤਾਂ ਕਿ ਸਿੱਧ ਮਨੋਜ, ਤਾਂ ਕਿ ਕਈ ਉਸ ਦੇ ਜਿਹੜੇ ਮਨ ਓਜ, ਮਨ ਤੋਂ ਓਜ ਕਹੀਏ ਜਿਹੜੇ ਪੈਦਾ ਹੋਏ ਹੈ ਨਾ ਸਾਰੇ ਫੁਰਨੇ, ਮਨ ਦੇ ਫੁਰਨੇ ਸੰਕਲਪ, ਉਹ ਸਿੱਧ ਹੋ ਜਾਣਗੇ, ਭਾਵ ਪੂਰਨ ਹੋ ਜਾਣਗੇ। ਮਨ ਇੰਚਿਤ ਸੰਕਲਪ ਉਹਦੇ ਪੂਰੇ ਹੋਣਗੇ। ਠੀਕ ਹੈ ਜੀ। ਜਿਹੜਾ ਇਹਨਾਂ ਛੰਦਾਂ ਨੂੰ ਧਿਆਨ ਦੇ ਨਾਲ ਸੁਣੇਗਾ, ਵਿਚਾਰੇਗਾ। ਉਦਮ ਵਰਨੇ ਅਸ਼ਟਵੇਂ, ਸਾਤ ਕਿਤਾਬੜੀ ਗ੍ਰੰਥ ਦੇ ਇਸ ਅਸ਼ਟਵੇਂ 8ਵੇਂ ਅਧਿਆਏ ਦੇ ਵਿੱਚ ਪੰਡਿਤ ਹਰਦਿਆਲ ਜੀ ਕਹਿੰਦੇ ਚੰਗੇ ਉਦਮ ਤੇ ਮਾੜੇ ਉਦਮ ਦੋਨਾਂ ਦੀ ਮਹਿਮਾ ਅਸੀਂ ਜਿਹੜੀ ਆ ਉਹ ਵਰਨੇ ਕਹੀਏ ਵਰਣਨ ਕਰਾਂਗੇ। ਅਤੇ ਦੁਆਦਸ਼ ਇਹ ਜਿਸ ਅਧਿਆਏ ਦੇ ਵਿੱਚ ਦੁਆਦਸ਼ ਕਹੀਏ 12 ਛੰਦ ਹੋਣਗੇ, ਜੋ ਸਰੋਜ ਕਹੀਏ ਕਮਲ ਦੇ ਸਮਾਨ, ਕਮਲ ਦੇ ਵੱਤ ਹੈ। 12 ਛੰਦ ਕਮਲ ਵਾਂਗ ਹੀ ਮਾਨੋ ਖਿੜੇ ਹੋਏ, ਕਮਲ ਦੀਆਂ 12 ਪੱਤੀਆਂ ਮਾਨੋ। ਅਧਿਆਏ ਕੀ ਹੈ ਮਾਨੋ ਕਮਲ ਆ ਇਹ, ਅਤੇ ਛੰਦ ਜਿਹੜੇ ਪੱਤੀਆਂ ਖਿੜੀਆਂ ਹੋਈਆਂ। ਜਾ ਕੋ ਮਨ ਅਲ ਲੇਤ ਰਸ, ਜਾ ਕੋ ਕਹੀਏ ਜਿਸ ਦਾ ਜਾਂ ਜਿਨ੍ਹਾਂ ਦਾ ਮਨ ਰੂਪੀ ਜਿਹੜਾ ਅਲ ਭੋਰਾ ਹੈ, ਇਹਨਾਂ ਕਮਲਾ ਰੂਪੀ ਛੰਦਾਂ ਵਿੱਚੋਂ ਸਿਧਾਂਤ ਅਰਥ ਰੂਪੀ ਰਸ ਲੇਤ ਕਹੀਏ ਲੈਣਾ ਕਰੇਗਾ ਜਾਂ ਲਵੇਗਾ, ਤਾਂ ਕਿ ਸਿੱਧ ਮਨੋਜ, ਤਾਂ ਕਿ ਕਹੀਏ ਉਸ ਮਨੁੱਖ ਦੇ ਜਿਹੜੇ ਹੈ ਸ੍ਰੇਸ਼ਟ ਵਿਚਾਰ ਪ੍ਰਾਪਤ ਕਰੂਗਾ। ਸ੍ਰੇਸ਼ਟ ਵਿਚਾਰ ਪ੍ਰਾਪਤ ਕਰਨ ਰੂਪ ਸਾਰੇ ਜਿਹੜੇ ਮਨੋਜ, ਮਨ ਦੇ ਮਨੋਰਥ ਆ, ਫੁਰਨੇ ਸੰਕਲਪ ਆ, ਸਿੱਧ ਹੋ ਜਾਣਗੇ, ਪੂਰਨ ਹੋ ਜਾਣਗੇ। ਜਗਿਆਸੂ ਜਨੋ ਧਿਆਨ ਨਾਲ ਸੁਣੋ ਅਤੇ ਮਨ ਦੇ ਜਿਹੜੇ ਸੰਕਲਪ ਹਾਂਜੀ ਆ ਉਹ ਪੂਰੇ ਤੁਹਾਡੇ ਹੋ ਜਾਣਗੇ। ਮਨ ਆਪਣੇ ਨੂੰ ਭੌਰਾ ਕਰੋ, ਪਾਪ ਭੌਰੇ ਆ, ਜਿਵੇਂ ਭੌਰਾ ਮਸਤ ਹੋ ਜਾਂਦਾ ਨਾ ਕਮਲ ਫੁੱਲ ਦੇ, ਇਸੇ ਤਰ੍ਹਾਂ ਮਸਤ ਹੋ ਕੇ ਛੰਦਾਂ ਨੂੰ ਸਰਵਣ ਕਰੋ ਜੀ। ਅਤੇ ਇੱਥੇ ਤਾਕੇ ਦਾ ਥਾਂ ਦੇ ਪਾਠ ਤਾਕੋ ਵੀ ਹੈ। ਤਾਕੋ ਕਹੀਏ ਉਹਨਾਂ ਦਾ, ਹਾਂਜੀ ਉਹਨਾਂ ਦੇ, ਤਾਂ ਕੋ ਦਾ ਅਰਥ ਵੀ ਦੇ ਹੁੰਦਾ, ਕੇ ਦਾ ਅਰਥ ਵੀ ਦੇ ਹੁੰਦਾ ਵਾ, ਕੋ ਦਾ ਅਰਥ ਨੂੰ ਵੀ ਹੁੰਦਾ, ਕੋ ਦਾ ਅਰਥ ਦਾ ਵੀ ਹੁੰਦਾ। ਇਸ ਤਰ੍ਹਾਂ ਪ੍ਰਕਰਣ ਮੁਤਾਬਕ ਅਰਥ ਲੱਗ ਜਾਂਦਾ। ਅਤੇ ਤਾਂ ਕਿ ਸਿੱਧ ਮਨੋਜ, ਇੱਥੇ ਤਾਂ ਕੇ ਪਾਠ ਸ਼ੋਧਿਆ, ਤਾਕੋ ਪਾਠ ਵੀ ਹੈ, ਅਰਥ ਦੋਵਾਂ ਦਾ ਦੇ ਹੀ ਹੋਊਗਾ। ਉਦਮ ਕਰਕੇ ਸ੍ਰੀ ਮਿਲੈ, ਹੁਣ ਉਦਮ ਕਰਕੇ ਹੀ ਵੇਖੋ ਕੀ ਮਿਲਦਾ ਹੈ ਉਹ ਦੱਸਣ ਲੱਗੇ ਹਨ। ਉਦਮ ਕਰਕੇ ਸ੍ਰੀ ਮਿਲੈ, ਕਹਿੰਦੇ ਆ ਵੀ ਉਦਮ ਕਰਕੇ ਸੰਸਾਰ ਵਿੱਚ ਭਾਈ ਉਦਮ ਕਰੀਏ, ਮਿਹਨਤ ਕਰੀਏ। ਜਿਹੜੇ ਉਦਮ ਕਰਦੇ ਆ ਉਹ ਉਦਮ ਕਰਕੇ ਹੀ ਸ੍ਰੀ ਮਿਲੇ, ਸ੍ਰੀ ਕਹੀਏ ਲక్ష్ਮੀ, ਮਿਲੇ ਕਹੀਏ ਮਿਲਦੀ ਆ, ਪ੍ਰਾਪਤ ਹੁੰਦੀ। ਉਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪਹੁੰਚ। ਹਾਂਜੀ, ਉਦਮ ਕਰੀ ਜ਼ਰੂਰ, ਉਦਮ ਕਰੀ ਜ਼ਰੂਰ। ਇਸ ਤਰ੍ਹਾਂ ਉਦਮ ਕਰਕੇ ਸ੍ਰੀ ਕਹੀਏ ਲక్ష్ਮੀ ਮਿਲਦੀ ਹੈ, ਜਾਂ ਮਿਲੇ ਕਹੀਏ ਮਿਲੇਗੀ। ਉਦਮ ਕਰਕੇ ਕਰੋ ਭਾਈ ਉਦਮ, ਕੀਰਤ ਤਿਆਗੈ ਹੋਤ, ਪਰ ਦੁਨੀਆ ਵਿੱਚ ਇਸ ਮਾਇਆ ਦੇ ਮੋਹ ਨੂੰ ਤਿਆਗੇ ਕਹੀਏ ਛੱਡਣ ਨਾਲ ਹੀ
ਕੀ ਜਿਹੜਾ ਕੀਰਤ ਕਹੀਏ, ਜਸ ਹੋਤ ਕਹੀਏ ਹੁੰਦਾ, ਤਿਆਗੇ ਕਹੀਏ ਛੱਡਣ। ਕਹਿੰਦੇ ਉਦਮ ਕਰਕੇ ਮਾਇਆ ਤੇ ਮਿਲਦੀ ਆ, ਪਰ ਇਸ ਮਾਇਆ ਨੂੰ ਤਿਆਗਣ ਦੇ ਨਾਲ, ਛੱਡਣ ਨਾਲ ਕੀਰਤੀ ਜਸ ਵਿੱਚ ਹੋਤ ਕਹੀਏ ਹੁੰਦੀ ਆ। ਬੁੱਧ ਕਰਮ ਅਨੁਸਾਰ ਹੈ, ਪਰ ਬੁੱਧੀ ਤਾਂ ਕਹਿੰਦੇ ਭਾਈ ਆਪੋ ਆਪਣੇ ਚੰਗੇ ਮਾੜੇ ਕਰਮਾਂ ਦੇ ਅਨੁਸਾਰ ਹੀ ਪ੍ਰਾਪਤ ਹੁੰਦੀ ਹੈ। ਭਾਵ ਜਿਹੋ ਜਿਹੇ ਕੋਈ ਕਰਮ ਕਰਦਾ ਨਾ, ਉਹਨਾਂ ਦੇ ਕੀਤੇ ਕਰਮਾਂ ਅਨੁਸਾਰ ਇਹੋ ਜਿਹੀ ਬੁੱਧੀ ਪ੍ਰਾਪਤ ਹੁੰਦੀ ਹੈ। ਕਿਉਂਕਿ ਬੁੱਧੀ ਆਉਂਦੇ ਉਹਦੀ ਬੁੱਧੀ ਬੜੀ ਤੇਜ਼ ਆ, ਉਹਦੇ ਚੰਗੇ ਕਰਮ ਹੈ ਕਿ ਉਹਦੀ ਬੁੱਧੀ ਤੇਜ਼ ਆ, ਅਤੇ ਸਾਡੇ ਮਾੜੇ ਕਰਮ ਹੈ ਜਿਹੜੀ ਸਾਡੀ ਬੁੱਧੀ ਨਹੀਂ ਤੇਜ਼ ਹੈ। ਕਿਉਂਕਿ ਸਾਨੂੰ ਪਤਾ ਹੀ ਕੋਈ ਨਹੀਂ ਆ ਕਿਹੜੀ ਵਿਚਾਰ ਸਾਡੇ ਲਈ ਸਹੀ ਆ, ਕਿਹੜੀ ਨਹੀਂ ਸਹੀ ਆ, ਕਿਹੜਾ ਕੰਮ ਸਾਨੂੰ ਯੋਗ ਆ, ਕਿਹੜਾ ਨਹੀਂ ਯੋਗ ਆ। ਅਸੀਂ ਹਮੇਸ਼ਾ ਆਪਣੀਆਂ ਮਨ ਰਾਈਆਂ ਕਰਦੇ। ਬੁੱਧੀ ਕਰਮਾਂ ਅਨੁਸਾਰ ਹੀ ਆ, ਕਰਮ ਜਿਹੋ ਜਿਹੇ ਕੀਤੇ ਉਹੋ ਜਿਹੀ ਅਕਲ ਹੋਣੀ, ਉਹੋ ਜਿਹਾ ਹੀ ਢੰਗ ਤਰੀਕਾ ਆਉਣਾ। ਆਪਾਂ ਕਹਿੰਦੇ ਉਹਦੀ ਫਲਾਣੇ ਦੀ ਵੀ ਬੜਾ ਉਹ ਵਿਦਵਾਨ ਹੈ, ਬੁੱਧੀ ਦੀ ਬੜੀ ਉਹਦੀ ਗੱਲ ਹੈ। ਅਸਲ ਵਿੱਚ ਉਹਨੇ ਭਾਈ ਕਮਾਈ ਕੀਤੀ, ਤਾਂ ਹੀ ਉਹਦੀ ਬੁੱਧੀ, ਪਰਮੇਸ਼ਰ ਦਾ ਨਾਮ ਜਪਿਆ ਬੁੱਧੀ ਤੇਜ਼ ਹੁੰਦੀ। ਸੋ ਰਹੁ ਵਿਚਾਰ ਬੁੱਧ ਕਰਮ ਅਨੁਸਾਰ ਹੈ, ਬੁੱਧੀ ਦਾ ਭਾਈ ਆਪੋ ਆਪਣੇ ਕਰਮਾਂ ਦੇ ਅਨੁਸਾਰ ਹੀ ਪ੍ਰਾਪਤ ਹੁੰਦੀ। ਜੇ ਕਰਾਂਗੇ ਜਿਹਾ ਬੀਜੇ ਸੋਲਣਾ ਕਰਮਾ ਸੰਦੜਾ ਖੇਤ। ਵਿਦਿਆ ਅਭਿਆਸ ਅਦੋਤ, ਅਤੇ ਵਿਦਿਆ ਇੱਥੇ ਵਿਦਿਆ ਅਭਿਆਸ ਲਿਖਿਆ ਨਾ, ਇਹਨੂੰ ਵਿਦਿਆ ਅਭਿਆਸ ਪਾਠ ਨਹੀਂ ਕਰਨਾ, ਵਿਦਿਆ ਅਭਿਆਸ ਪਾਠ ਹੀ ਕਰਨਾ ਐੜਾ ਹੋ ਜਾਊਗਾ, ਆਪਣੇ ਆਪ ਹੀ ਅਭਿਆਸ ਹੋ ਜਾਊਗਾ। ਯਈਆ ਅੱਧਾ ਵਾ, ਯਈਏ ਨੂੰ ਸਿਹਾਰੀ, ਯਈਏ ਦੀ ਸਿਹਾਰੀ ਜਿਹੜੀ ਹੈ ਅੱਧੇ ਦੀ ਵਿੱਚੋਂ ਸਿਹਾਰੀ ਨਿਕਲ ਕੇ ਭੱਬੇ ਨੂੰ ਚੱਲ ਜੂਗੀ, ਬਣ ਜੂ ਵਿਦਿਆ ਅਭਿਆਸ। ਵਿਦਿਆ ਅਭਿਆਸ, ਵਿਦਿਆ ਦਾ ਅਭਿਆਸ ਕਰਨ ਵਾਲੇ, ਵਿਦਿਆ ਦਾ ਅਭਿਆਸ ਕਰਨ ਨਾਲ ਵਿਦਿਆ ਅਦੋਤ ਕਹੀਏ ਪ੍ਰਗਟ ਹੋ ਆਉਂਦੀ। ਭਾਵ ਇਹ ਹੈ ਜਿਤਨਾ ਕਿਸੇ ਚੀਜ਼ ਵਾਸਤੇ ਮਨੁੱਖ ਉਦਮ ਕਰਦਾ, ਉਤਨਾ ਹੀ ਉਹ ਚੀਜ਼ ਪ੍ਰਾਪਤ ਹੋਵੇਗੀ। ਉਦਮ ਕਰਕੇ ਮਾਇਆ ਮਿਲਦੀ ਹੈ, ਅਤੇ ਇਹ ਮਾਇਆ ਨੂੰ ਛੱਡਣ ਨਾਲ, ਜਿਹੜਾ ਛੱਡਣਾ ਵੀ ਇੱਕ ਉਦਮ ਆ, ਛੱਡੀ ਚੀਜ਼ ਨਹੀਂ ਜਾਂਦੀ, ਉਦਮ ਕਰਨਾ ਵੀ ਨਹੀਂ ਗ੍ਰਹਿਣ ਕਰਨੀ, ਅਤੇ ਕੀਰਤੀ ਪ੍ਰਾਪਤ ਹੁੰਦੀ। ਬੁੱਧੀ ਵੀ ਚਲੋ ਕਰਮਾਂ ਅਨੁਸਾਰ ਆ। ਕਹਿੰਦੇ ਵਿਦਿਆ ਅਭਿਆਸ ਅਦੋਤ, ਵਿਦਿਆ ਦਾ ਅਭਿਆਸ ਕਰਨ ਨਾਲ, ਭਾਵ ਉਦਮ ਕਰਨ ਨਾਲ ਹੀ ਵਿਦਿਆ ਭਾਈ ਪ੍ਰਗਟ ਹੁੰਦੀ ਹੈ। ਅਤੇ ਪਰਮੇਸ਼ਰ ਪਾਸੋਂ ਤੁਸੀਂ ਬੁੱਧੀ ਅਤੇ ਉਦਮ ਹੀ ਮੰਗੋ। ਉਦਮ ਕਰਕੇ ਸ੍ਰੀ ਮਿਲੇ, ਯਤਨ ਕਰਦਿਆਂ, ਉਪਰਾਲੇ ਕਰਦਿਆਂ ਸ੍ਰੀ ਲక్ష్ਮੀ ਜਾਂ ਦੌਲਤ ਧਨ ਮਿਲਦਾ ਹੈ, ਅਤੇ ਕੀਰਤ ਤਿਆਗੈ ਹੋਤ। ਅਤੇ ਤਿਆਗਿਆਂ ਮਾਇਆ ਤਿਆਗਣੀ ਕਿੱਦਾਂ? ਇਹ ਤਾਂ ਨਹੀਂ ਵੀ ਪਹਿਲਾਂ ਉਦਮ ਕਰਕੇ ਪੈਸਾ ਕਮਾ ਲਓ, ਸੁੱਟ ਦਿਓ, ਨਹੀਂ। ਫਿਰ ਤਿਆਗਣਾ ਨੂੰ ਕੀ ਆ? ਦਾਨ ਕਰਨਾ ਮਾਇਆ ਦਾ। ਦਾਨ ਦਿੱਤਿਆਂ ਕੀਰਤੀ ਹੁੰਦੀ ਆ, ਵਡਿਆਈ ਹੁੰਦੀ ਆ, ਹੋਤ ਦਾ ਅਰਥ ਹੁੰਦੀ ਹੈ। ਅਤੇ ਅਕਲ ਮੱਤ ਕਰਮਾਂ ਕਰਕੇ ਮਿਲਦੀ ਹੈ। ਹਾਂਜੀ, ਵਿਦਿਆ ਅਭਿਆਸ ਅਦੋਤ। ਅਤੇ ਜਿਹੜੀ ਪਾਠ ਅੱਡ ਕਰ ਲਈ ਨਾ, ਵਿਦਿਆ ਅਭਿਆਸ, ਅਤੇ ਜਿਹੜੀ ਵਿਦਿਆ ਉਹ ਅਭਿਆਸ ਕੀਤਿਆਂ, ਭਾਵ ਮਿਹਨਤ ਕੀਤਿਆਂ ਅਦੋਤ ਪ੍ਰਗਟ ਹੁੰਦੀ। ਜਿੰਨੀ ਮਿਹਨਤ ਕਰਾਂਗੇ ਉਨੀ ਵਿਦਿਆ ਪ੍ਰਗਟ ਹੋਊ, ਪ੍ਰਤੱਖ ਹੋਊਗੀ। ਇਹ ਪੰਡਿਤ ਹਰਦਿਆਲ ਜੀ ਸਾਨੂੰ ਸਿੱਖਿਆ ਦੇ ਰਿਹਾ, ਗੱਲ ਉਦਮ ਦੀ ਕਰ ਰਹੇ ਆ ਕਿ ਉਦਮ ਕਰੋ ਮਾਇਆ ਮਿਲੂਗੀ, ਉਦਮ ਕਰੋ ਦਾਨ ਕਰੋ, ਉਦਮ ਕਰੋ ਵਿਦਿਆ ਪੜ੍ਹੋ, ਉਦਮ ਕਰੋ ਬੁੱਧੀ ਵੀ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਹੀ ਜਾਊਗੀ। ਨਾਮ ਸਿਮਰਨ ਜਪੋਗੇ ਦੇ ਕਰਮ ਆਪੇ ਹੀ ਅਨੁਸਾਰੀ ਹੋ ਹੀ ਜਾਣਗੇ। ਠੀਕ ਹੈ ਜੀ। ਉਦਮ ਕੰਡੂ ਕਲ ਹੈ। ਹੁਣ ਇਹ ਦੋਰਾ ਬਹੁਤ ਮਹਾਨ ਹੈ। ਅੱਗੇ ਕਵੀ ਜੀ ਨੇ 9 ਚੀਜ਼ਾਂ ਦਾ ਦ੍ਰਿਸ਼ਟਾਂਤ ਦੇ ਕੇ ਅਤੇ ਸਮਝਾਇਆ ਵੀ ਇਹਨਾਂ ਨੂੰ ਜਿਤਨਾ ਵਧਾਓ ਓਨਾ ਹੀ ਵੱਧ ਜਾਂਦੇ ਨੇ। ਅਕਾਲ ਜਿਵੇਂ ਆ ਨਾ, ਕਾਲ ਵੀ ਕੀ ਆ? ਉਹ ਵੇਖੋ
ਸਮੇਂ ਨਾਲ ਚੱਲਦਾ ਹੀ ਜਾਂਦਾ, ਰੁਕਦਾ ਨਹੀਂ ਕਦੇ। ਉਹ ਬਸ ਮਾਰੀ ਅਕਾਲ ਜਿਹਨੂੰ ਕਿਸ ਨੂੰ ਮਾਰੀ ਜਾਂਦਾ। ਜਿਵੇਂ ਕਾਲ ਸਭ ਨੂੰ ਮਾਰੀ ਜਾਂਦਾ, ਇਸੇ ਤਰ੍ਹਾਂ ਕਹਿੰਦੇ 9 ਚੀਜ਼ਾਂ ਜਿਹੜੀਆਂ ਇਹ ਵੀ ਵੇਖੋ ਜਿੰਨੀਆਂ ਵਧਾ ਲਓਗੇ ਵੱਧਦੀਆਂ ਜਾਂਦੀਆਂ। ਇਹਨਾਂ ਵਿੱਚੋਂ ਸਾਰੀਆਂ ਚੀਜ਼ਾਂ ਤਕਰੀਬਨ ਇੱਕ ਛੱਡ ਕੇ ਬਾਕੀ ਸਾਰੀਆਂ ਮਾੜੀਆਂ ਹੀ ਆ। ਜਿੰਨਾ ਵਧਾਓਗੇ ਬਸ ਔਖੇ ਹੀ ਆ। ਇੱਕ ਦੋ ਹੀ ਇਹਦੇ ਵਿੱਚ ਚੰਗੇ ਗੁਣ ਆ, ਬਾਕੀ ਸਾਰੇ ਮਾੜੇ ਹੀ ਆ 9 ਵਿੱਚ। ਅਤੇ ਇਹਨਾਂ ਦਾ ਹੀ ਉਲਟ ਅਰਥ ਕਰ ਲਈਏ ਅਤੇ ਇਹ ਵੀ ਮਤਲਬ 9ਵੇਂ ਦੇ 9ਵੇਂ ਹੀ ਮਾੜੇ ਸਮਝ ਲਓ। ਕਿਉਂਕਿ ਕੋਈ ਵੀ ਚੀਜ਼ ਜਿਹੜੀ ਵਧਾਉਣੀ ਆ ਨਾ ਇਹ ਮਾੜੀ ਹੁੰਦੀ। ਹੁਣ ਕਹਿੰਦੇ ਆ ਉਦਮ ਕੰਡੂ ਕਲ। ਉਦਮ ਕੀ ਹੁੰਦਾ ਵਾ? ਇਹ ਪਾ ਜੋ ਕੰਮ ਕੀਤਾ ਜਾਵੇ ਜਲਦੀ ਕੀਤਾ ਜਾਵੇ, ਵੱਧ ਤੋਂ ਵੱਧ ਛੇਤੀ ਕੀਤਾ ਜਾਵੇ। ਕੱਲ੍ਹ ਕਰੇ ਸੋ ਅਬ ਕਰ। ਹਾਂਜੀ, ਕਿਹੜਾ ਕੱਲ੍ਹ ਕਰਨਾ ਉਹ ਅਬ ਕਰ, ਜਿਹੜਾ ਅਬ ਕਰਨਾ ਉਹ ਹੁਣੇ ਕਰ। ਠੀਕ ਹੈ, ਕੱਲ੍ਹ ਕਰਨਾ ਜਿਹੜਾ ਅੱਜ ਕਰੋ, ਅੱਜ ਕਰਨਾ ਅਬ ਕਰ, ਹੁਣੇ ਕਰੋ ਉਹਨੂੰ। ਇਹੀ ਉਦਮ ਆ। ਉਦਮ ਭਾਵ ਕੋਸ਼ਿਸ਼। ਠੀਕ ਹੈ ਜੀ, ਯਤਨ, ਮਿਹਨਤ, ਪੁਰਸ਼ਾਰਥ, ਕੁਝ ਵੀ ਅਰਥ ਲਾ ਲਓ। ਕੰਡੂ ਹੁੰਦੀ ਖੁਰਕ। ਅਤੇ ਕੰਡੂ ਖੁਰਕ, ਕਲਹ ਲੜਾਈ ਝਗੜਾ। ਠੀਕ ਹੈ ਜੀ। ਮਦ ਜੂਆ ਪ੍ਰੀਤ ਆਹਾਰ। ਮਦ ਚੌਥੀ ਕੀ ਆ? ਮਦ ਉਹ ਸ਼ਰਾਬ। ਜੂਆ ਪਰ ਜੂਆ, ਹਾਂਜੀ ਜੂਆ ਕੀ ਆ? ਇਹ ਚੌਪੜ ਦੀ ਖੇਡ। ਹਾਂਜੀ, ਫਿਰ ਪ੍ਰੀਤ ਪ੍ਰੇਮ, ਝੂਠਾ ਪਿਆਰ। ਪ੍ਰੇਮ ਪਿਆਰ ਤੇ ਜਿਹੜਾ ਕਦੇ ਪਰਮੇਸ਼ਰ ਨਾਲ ਪਿਆਰ ਤੇ ਸੱਚਾ ਹੀ ਨਾ, ਜਿਹਨੇ ਪ੍ਰੇਮ ਕੇ ਉੱਤੇ ਨਹੀਂ ਪ੍ਰਭ ਪਾਇਓ। ਜੇ ਕਦ ਨੇ ਆ ਵੀ ਪ੍ਰੇਮ ਪਿਆਰ, ਝੂਠੇ ਮੋਹ ਜਿਹੜੇ ਦੁੱਖ ਦਿੰਦੇ। ਆਹਾਰ ਕਹੀਏ ਭੋਜਨ, ਖੁਰਾਕ, ਰੋਟੀ ਪਾਣੀ। ਭੋਗ ਫਿਰ ਭੋਗ ਵਿਲਾਸ, ਵਿਸ਼ੇ ਭੋਗ। ਹਾਂਜੀ, ਇਹ ਕਿੰਨੇ ਹੋ ਗਏ ਆ? 7 8 ਭੋਗ। ਅਤੇ ਨੀਂਦ। ਉਦਮ ਕੰਡੂ ਕਲਹ ਮਦ ਜੂਆ ਪ੍ਰੀਤ। 7 ਅਤੇ 8 ਭੋਗ। ਨੀਂਦ। ਨੀਂਦ ਜਿਹੜੀ ਹੈ ਜਾਂ ਕੁੰਭਕਰਨ ਸੁੱਤਾ ਹੀ ਰਹਿੰਦਾ ਸੀ, ਢੋਲਾਂ ਨਾਲ ਉਠਾਉਣਾ ਪੈਂਦਾ, ਢੋਲ ਵਜਾ ਕੇ। ਨਵ ਸੇਵ ਤੇ ਨਵ ਕਹੀਏ 9। 9ਵਾਂ ਨੂੰ ਇਹ ਜਿਹੜੇ ਮਨੁੱਖ ਸੇਵਤੇ ਕਹੀਏ ਸੇਵਦੇ ਆ ਨਾ, ਜਿਹੜੇ ਇਹਨਾਂ 9ਵਾਂ ਦੀ ਸੇਵਾ ਕਰਨ ਵਾਲੇ ਜਿਹੜਾ ਪੂਜਦੇ ਆਓ ਸਾਡੇ ਤੇ ਵਰੋ ਵਧੈ ਪਰਲੈ ਜਿਉ ਬਾਰ। ਕਹਿੰਦੇ ਤੇ ਵਿਆਹ ਵੱਧਦੇ ਆ ਜਿਹੜੇ ਇਹਨਾਂ ਦੀ ਸੇਵਾ ਕਰਦੇ 9ਵਾਂ ਚੀਜ਼ਾਂ ਦੀ। ਇਹ 9 ਇੰਝ ਵੱਧਦੇ ਆ ਜਿਵੇਂ ਅਵਾਂਤਰ ਪਰਲੋ ਵਿੱਚ ਪਾਣੀ ਵੱਧਦਾ। ਠੀਕ ਆ ਜੀ। ਇਹ ਵਸਤੂਆਂ ਜਿੰਨੀਆਂ ਵਧਾਓਗੇ ਉਨੀਆਂ ਵੱਧ ਜਾਂਦੀਆਂ। ਜਿਵੇਂ ਆ ਪਰਲੋ ਵੱਧਦੀ ਹੈ ਨਾ, ਵਧੇ ਪਰਲੇ ਜਿਉਂ ਬਾਰ। ਬਾਰ ਕੇ ਜਿਵੇਂ ਪਾਣੀ ਵੱਧਦਾ ਨਾ ਪਰਲੇ ਦਾ, ਇਸ ਤਰ੍ਹਾਂ ਇਹ ਪਰਲੋ ਵੀ ਜਿਹੜੀ ਆ ਕਈ ਪ੍ਰਕਾਰ ਦੀ ਜਿਹੜੀ ਦੱਸੀ ਹੋਈ ਆ ਪੁਰਾਣਾ ਵਿੱਚ। ਪੁਰਾਣਾ ਵਿੱਚ ਉੱਦਾਂ 5 ਪ੍ਰਕਾਰ ਦੀ ਪਰਲੇ ਦੱਸੀ ਵਿਦਵਾਨਾਂ ਨੇ। ਹਾਂਜੀ, ਅਤੇ ਪਰਲੇ ਦਾ ਅਰਥ ਪੁਰਾਣਾ ਵਿੱਚ ਲਿਖਿਆ ਵੀ ਸੰਸਾਰ ਦਾ ਲੀਨ ਹੋਣਾ, ਜਦੋਂ ਸਭ ਕੁਛ ਤਹਿਸ ਨਹਿਸ ਹੋ ਜਾਂਦਾ। ਵਿਸ਼ਨੂੰ ਪੁਰਾਣ ਦੇ ਅੰਸੂ 1 'ਚ ਅਧਿਆਏ 7ਵੇਂ ਵਿੱਚ ਲੇਖਿਆ ਦੱਸਿਆ ਵਾ ਜੀਵਾਂ ਦੇ ਨਿੱਤ ਮਰਨ ਦਾ ਨਾਮ ਨਿੱਤ ਪਰਲੇ, ਜਿਹੜੀ ਰੋਜ਼ ਹੀ ਆਪਾਂ ਲੋਕ ਚੜ੍ਹਾਈ ਕਰਦੇ ਰਹਿੰਦੇ। ਬ੍ਰਹਮਾ ਦੇ ਸੌਣਪੁਰ ਨੈਮਿਤਕ ਪਰਲੇ, ਜਦੋਂ ਬ੍ਰਹਮਾ ਰਾਤ ਸੌਂਦਾ ਤਾਂ ਸ੍ਰਿਸ਼ਟੀ ਢਾਹ ਦਿੰਦਾ, ਸਵੇਰੇ ਉੱਠ ਕੇ ਫਿਰ ਬਣਾ ਦਿੰਦਾ। ਬ੍ਰਹਮਾ ਦੇ ਮਰਨਪੁਰ, ਜਦੋਂ ਬ੍ਰਹਮਾ ਦੀ ਉਮਰ 100 ਦਿਵ ਪੂਰੀ ਹੋ ਜਾਂਦੀ ਆ। ਹਾਂਜੀ, ਅਤੇ ਪ੍ਰਾਕਿਰਤਿਕ ਪਰਲੇ, ਉਦੋਂ ਭਾਵ ਸਾਰੀ ਸ੍ਰਿਸ਼ਟੀ ਦੀ ਪਰਲੇ ਹੋ ਜਾਂਦੀ। ਗਿਆਨ ਦੁਆਰਾ ਆਤਮ ਵਿੱਚ ਲੀਨ ਹੋਣਾ, ਇਹ ਅਤਿਅੰਤਕ ਪਰਲੇ, ਭਾਵ ਜਿਹੜਾ ਗਿਆਨ ਦੁਆਰਾ ਆਪਣੇ ਸਰੂਪ ਵਿੱਚ ਹੀ ਲੀਨ ਹੋ ਜਾਣਾ ਆ। ਹਾਂਜੀ,
ਸਾਰੇ ਜਿੱਥੇ ਕੋਈ ਫੁਰਨਾ ਨਹੀਂ ਰਹਿ ਜਾਂਦਾ, ਇੱਕ ਵੀ ਸੰਕਲਪ ਵਿਕਲਪ ਨਹੀਂ ਨਾ ਰਹਿ ਜਾਂਦਾ, ਉਹ ਹੈਗੀ ਆ ਗਿਆਨ ਪਰਲੈ। ਹਾਂਜੀ, ਨਿਤ ਪਰਲੈ ਤੇ ਨੈਮਿਤਿਕ ਪਰਲੈ, ਪ੍ਰਾਕਾਰਤਿਕ ਪਰਲੈ ਤੇ ਗਿਆਨ ਪਰਲੈ, ਇਹ ਜਾਤਿਅੰਤਕ ਪਰਲੈ, 4-5 ਪਰਲੇ ਹੈ। ਚੌਵਾਂ ਕੁ ਤਾਂ ਯਾਦ ਆ, ਜਿੰਨੀ ਕੁ ਸਮਝ ਪਈਆਂ ਦੱਸਤੀਆਂ। ਤੇ ਮਤਲਬ ਇਹ ਆ ਇਸ ਦੋਹਰੇ ਦਾ ਵੀ ਵੇਖੋ, ਹਿੰਮਤ ਜਿੰਨੀ ਮਰਜ਼ੀ ਵਧਾਓ ਵੱਧ ਜਾਂਦੀ ਆ, ਖੁਰਕ ਜਿਵੇਂ ਜਿਵੇਂ ਵਧਾਓ ਖੁਰਕੀ ਜਾਓ ਵੱਧਦੀ ਜਾਂਦੀ ਹੈ, ਆਪਾਂ ਨੂੰ ਪਤਾ ਹੀ। ਸ਼ਰਾਬ ਨਸ਼ਾ ਜਿੰਨਾ ਮਰਜ਼ੀ ਵਧਾਓ ਵੱਧਦੇ ਹੀ ਜਾਂਦੇ ਆ। ਘਰਾਂ 'ਚ ਲੋਕਾਂ ਨੇ ਕਲੇ ਪਾਈ, ਉਹਦੀ ਘਰ ਉਜਾੜ ਲਏ ਸ਼ਰਾਬ ਕਰਕੇ। ਜੂਏ ਦੀ ਆਦਤ ਵੀ ਆਦਮੀ ਛੱਡਦਾ ਨਹੀਂ ਕਦੀ। ਪੰਜਾਂ ਪਾਂਡਵਾਂ ਨੇ ਸਭ ਕੁਝ ਹੀ ਹਰਾ ਲਿਆ ਸੀ, ਬਸ ਇਹੋ ਆਸ ਹੁੰਦੀ ਹੈ ਹੁਣ ਵੀ ਜਿੱਤੇ, ਹੁਣ ਵੀ ਜਿੱਤੇ। ਇੱਕ ਦਾ ਹੋਰ, ਪੰਜਾਂ ਪਾਂਡਵਾਂ ਨੇ ਜੂਆ ਖੇਡ ਕੇ ਸਾਰਾ ਰਾਜ ਭਾਗ ਹੀ ਦਾਅ 'ਤੇ ਲਾ ਦਿੱਤਾ ਸੀ। ਇਹ ਮਾੜੇ ਹੀ ਹੈ। ਪ੍ਰੇਮ ਜਿੰਨਾ ਵਧਾਓ ਵੱਧ ਜਾਂਦਾ ਕਿਸੇ ਨਾਲ, ਰੱਬ ਨਾਲ ਹੀ ਵਧਾਇਆ ਚੰਗਾ, ਬਾਕੀ ਸਾਰਾ ਦੁੱਖ ਰੂਪ ਹੀ ਜਾਂਦਾ। ਇਹ ਤਾਂ ਮੋਹੇ ਡੂਬਾ ਸੰਸਾਰ, ਪ੍ਰੇਮ ਪ੍ਰੂਮ ਕਾਹਦਾ ਮੋਹ ਹੀ ਹੁੰਦਾ। ਭੁੱਖ ਜਿੰਨੀ ਵਧਾਉਣੀ ਚਾਹੋ ਵੱਧ ਜਾਂਦੀ, ਭੁੱਖੂ ਭੁੱਖੂ ਬੰਦਾ ਕਰਦਾ ਰਹਿੰਦਾ, ਅਸਰ ਰਸੋਈ 'ਚ ਨਹੀਂ ਹਟਦਾ ਜਾਣੋ। ਫਿਰ ਜਦੋਂ ਭੁੱਖ ਵੱਧ ਜੇ, ਨੀਂਦ ਜਿੰਨੀ ਮਰਜ਼ੀ ਵਧਾਓ ਵੱਧ ਜਾਂਦੀ। ਜੇ ਤੁਸੀਂ 4 ਘੰਟੇ ਸੌਂਦੇ ਜੇ ਤਾਂ ਤੁਸੀਂ ਸੰਤੁਸ਼ਟ ਜੇ ਤੁਸੀਂ 10 ਘੰਟੇ ਸੌਂਦੇ ਤਾਂ ਅੱਖਾਂ ਘੁੱਟੀਆਂ ਰਹਿਣਗੀਆਂ, ਸਗੋਂ ਨੀਂਦ ਆਊ। ਵਿਸ਼ੇ ਵੀ ਜਿੰਨੇ ਮਰਜ਼ੀ ਵਧਾ ਲਓ, ਜ਼ਬਾਨ ਦੇ, ਖਾਣ ਦੇ, ਕੰਨਾਂ ਨਾਲ ਸੁਣਨ ਦੇ, ਅੱਖਾਂ ਨਾਲ ਵੇਖਣ ਦੇ, ਇੰਦਰੀਆਂ ਨਾਲ ਭੋਗਣ ਦੇ ਵੀ ਵੱਧ ਹੀ ਜਾਂਦੇ, ਇਹ ਘਟਦੇ ਨਹੀਂ ਵੱਧਦੇ ਨਹੀਂ, ਸਗੋਂ ਜਾਂਦੇ ਵੱਧਦੇ ਹੀ ਜਾਂਦੇ ਆ, ਘਟਦੇ ਘੁੱਟਦੇ ਹੈ ਨਹੀਂ ਇਹ ਚੀਜ਼ਾਂ। ਸੋ ਪੰਡਿਤ ਹਰਦਿਆਲ ਜੀ ਨੇ ਬੜਾ ਹੀ ਜਿਹੜਾ ਇਹਦੇ ਵਿੱਚ ਸੋਹਣਾ ਇਹ ਦੋਹਰਾ ਲਿਖ ਕੇ ਦੱਸਿਆ ਵਾ ਵੀ ਉਦਮ, ਕਾਲੇ, ਖੁਰਕ, ਜੂਆ, ਇਹ ਤੋਂ ਭਾਈ 9 ਚੀਜ਼ਾਂ ਤੋਂ ਬਚ ਕੇ ਰਹੋ। ਭੋਗ ਨੀਤ ਨਾਮ ਸੇਵਤੇ, ਨਾਵ ਦਾ ਅਰਥ 9 ਆ, ਜਿਹੜਾ 9 ਨੂੰ ਸੇਵਤੇ ਆ ਨਾ, ਸੇਵਦੇ ਆ, ਸੇਵਨ ਕਰਨ ਵਾਲੇ ਆ। ਹਾਂਜੀ, ਵਧੇ ਉਹ ਤਾਂ ਫਿਰ ਔਖੇ ਹੁੰਦੇ ਆ, ਕਿਉਂਕਿ ਵਧੇ ਪਰਲੈ ਜਿਉਂ ਵਾਰ, ਜਿਵੇਂ ਪਰਲੋ ਦਾ ਪਾਣੀ ਵੱਧਦਾ ਨਾ ਮਹਾਂਪਰਲੈ ਦਾ, ਹਾਂਜੀ ਉਸੇ ਤਰ੍ਹਾਂ ਹੀ ਆ। ਦੋਹਰਾ ਉਦਮ ਉੱਤਮ ਮਿੱਤਰਵਤ। ਹੁਣ ਉਦਮ ਦੀ ਗੱਲ ਦੱਸਣ ਡੇ, ਕਹਿੰਦੇ ਜਿਹੜਾ ਸ੍ਰੇਸ਼ਟ ਉੱਤਮ, ਜਿਹੜਾ ਉੱਤਮ ਕਹੀਏ ਸ੍ਰੇਸ਼ਟ ਕੰਮਾਂ ਪਾਸੇ ਕੀਤਾ ਹੋਇਆ ਉਦਮ ਆ, ਉਹ ਤੇ ਮਿੱਤਰਾਂ ਦੇ ਵੱਤ ਕਹੀਏ ਵਰਗਾ ਆ। ਠੀਕ ਹੈ ਜੀ। ਭਾਇਓ ਸੋ 70 ਸਮਾਨ। ਤੇ ਫਿਰ ਕਹਿੰਦੇ ਜੇ ਪਰ ਜਿਹੜਾ ਮਾੜੇ ਕੰਮਾਂ ਵੱਲ ਕੀਤਾ ਹੋਇਆ ਉਦਮ ਆ ਹੈ, ਤੇ ਉਹ ਵੀ ਉਦਮ, ਉਹ ਵੀ ਉੱਤਮ ਆ। ਚੰਗੇ ਪਾਸੇ ਕੀਤਾ ਉਹ ਵੀ ਉਦਮ, ਮਾੜੇ ਪਾਸੇ ਕੀਤਾ ਉਹ ਵੀ ਉਦਮ। ਕਹਿੰਦੇ ਹੈ ਤੇ ਇੱਕੋ ਚੀਜ਼ ਉਦਮ, ਪਰ ਉਹ 70 ਸਮਾਨ, ਸ਼ਤਰੂ ਕਹੀਏ ਦੁਸ਼ਮਣ ਵੈਰੀ ਦੇ ਸਮਾਨ ਭਾਇਓ ਕਹੀਏ ਹੋ ਜਾਂਦਾ। ਭਾਇਓ ਸੋ 70 ਸਮਾਨ, ਜਾਂ ਇੱਦਾਂ ਸਮਝ ਲਓ ਵੀ ਇੱਕ ਸਾਖੀ ਦੇ ਪ੍ਰਮਾਣ ਦੇ ਰਹੇ ਆ ਵੀ ਵੇਖੋ ਉਦਮ ਜਿਹੜਾ ਨਾ ਉੱਤਮ ਉਦਮ ਕੀਤਾ ਹੋਇਆ ਮਿੱਤਰਵਾਤ ਵਰਗਾ ਸੀ, ਭਾਇਓ ਸੋ 70 ਸਮਾਨ, ਤੇ ਉਹੀ ਉਦਮ 70 ਸਮਾਨ ਭਾਇਓ ਕਹੀਏ ਹੋਇਆ। ਠੀਕ ਹੈ ਜੀ। ਹੋਇਆ ਉਹ ਉਦਮ 70 ਸਮਾਨ ਵੈਰੀ ਸਮਾਨ, ਕਿਹੜਾ ਆਲਸ 70 ਮਿੱਤਰ ਜਿਉਂ। ਇਸ ਤਰ੍ਹਾਂ ਆਲਸ ਜਿਹੜਾ ਦਲਿੱਦਰ ਹੈ ਤਾਂ 70 ਵੈਰੀ ਦੇ ਸਮਾਨ ਹੈ। ਹਾਂਜੀ, ਪਰ ਕਿਸੇ ਜਗ੍ਹਾ ਇਹੀ ਜਿਹੜਾ ਆਲਸ ਆ ਮਿੱਤਰ ਦੇ ਜਿਉਂ ਕਹੀਏ ਵਾਂਗ ਹੋ ਜਾਂਦਾ। ਉਭੈ ਵਿਪਰਜੈ ਗਿਆਨ, ਇਉਂ ਇਹਨਾਂ ਉਭੈ ਕਹੀਏ ਦੋਨਾਂ ਦਾ, ਵਿਪਰਜੈ ਕਹੀਏ ਉਲਟਾ ਹੀ ਗਿਆਨ। ਆਲਸ 70 ਮਿੱਤਰ ਜਿਉਂ, ਉਦਮ ਦੀ ਗੱਲ ਦੱਸ ਕੇ ਨਾ ਦੱਸਿਆ, ਆਲਸ ਦਾ ਪ੍ਰਮਾਣ ਦਿੱਤਾ। ਕਹਿੰਦੇ ਜਿਉਂ ਕਹੀਏ ਜਿਵੇਂ, ਆਲਸ ਵੇਖੋ ਵੈਰੀ ਵੀ ਬਣ ਜਾਂਦਾ ਆ ਅਤੇ ਮਿੱਤਰ ਵੀ ਬਣ ਜਾਂਦਾ। ਹਾਂਜੀ, ਉਹ ਕਿਵੇਂ ਵੀ ਯਾਰ ਜਿਵੇਂ ਅੰਮ੍ਰਿਤ ਵੇਲੇ ਉੱਠਣ ਦਾ ਉਦਮ ਕਰਨਾ ਬੜੀ ਚੰਗੀ ਗੱਲ ਆ, ਅਤੇ ਉਹ ਆਪਣੇ ਮਿੱਤਰ ਸਮਾਨ, ਪਰ ਉਸ ਦੇ ਉਦਮ ਨਾਲ
ਕਿਸੇ ਦੇ ਘਰ ਜਾ ਕੇ ਚੋਰੀ ਕਰਨੀ, ਇਹ ਉਦਮ ਵੈਰੀ ਦੇ ਸਮਾਨ ਹੈ। ਉਹੀ ਅੰਮ੍ਰਿਤ ਵੇਲਾ ਵੀ ਉਹੀ ਆ, ਉਦਮ ਵੀ ਉਹੀ ਆ। ਉਹ ਅੰਮ੍ਰਿਤ ਵੇਲੇ ਬੰਦਗੀ ਕਰਨੀ, ਮਿੱਤਰ ਵਰਗਾ। ਉਹ ਅੰਮ੍ਰਿਤ ਵੇਲੇ ਚੋਰੀ ਕਰਨੀ, ਸ਼ਤਰੂ ਸਮਾਨ, ਉਹੀ ਉਦਮ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਾਠ ਪੂਜਾ ਕਰਨੀ, ਇਹ ਉਦਮ ਮਿੱਤਰ ਦੇ ਸਮਾਨ ਆ। ਇਸੇ ਤਰ੍ਹਾਂ ਬੁਰੇ ਕਰਮਾਂ ਪਾਸੋਂ ਆਲਸ ਕਰਨਾ, ਇਹਦੇ ਮਿੱਤਰ ਦੇ ਸਮਾਨ ਹੈ। ਤੇ ਚੰਗੇ ਕਰਮਾਂ ਪਾਸੋਂ ਆਲਸ ਕਰਨਾ ਵੈਰੀ ਦੇ ਸਮਾਨ ਹੈ। ਗੁਰਬਾਣੀ ਅੰਦਰ ਵੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਲੋਕ ਸਹਿਸਕ੍ਰਿਤੀ ਵਿੱਚ ਬਚਨ ਕਰਦੇ ਆ, ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਵੀ ਧਰਮ ਵਿੱਚ ਕਦੀ ਦੇਰੀ ਨਾ ਕਰੋ, ਇਹ ਉਦਮ ਕਰੋ। ਬਿਲੰਬ ਪਾਪੰ, ਪਾਪ ਕਰਦੇ ਆ, ਇਹ ਉਦਮ ਕਰੋ ਵੀ ਦੇਰੀ ਕਰੋ। ਆਲਸ ਕਰ ਲਓ, ਪਾਪ ਕਰ ਲੱਗਿਆ ਆਲਸ ਕਰ ਲਓ, ਤੇ ਧਰਮ ਨੂੰ ਕਮਾਉਣ ਲੱਗਿਆ ਉਦਮ ਕਰ ਲਓ। ਧਰਮ ਦੇ ਕਰਮ ਕਰ ਲੱਗਿਆ ਕਦੇ ਵੀ ਦੇਰੀ ਨਾ ਲਾਓ, ਤੇ ਪਾਪ ਕਰਨ ਲੱਗਿਆ ਜਾਣ ਬੁੱਝ ਕੇ ਦੇਰੀ ਕਰੋ, ਕਿਉਂਕਿ ਹੋ ਸਕਦਾ ਕੁਝ ਸਮੇਂ ਬਾਅਦ ਮਨ ਦੇ ਖਿਆਲ ਬਦਲ ਜਾਣ ਕੇ ਪਾਪ ਤੋਂ ਬਚਿਆ ਜਾ ਸਕੇ। ਸੋ ਨਾ ਉਦਮ ਦੀ ਪਰਿਭਾਸ਼ਾ ਨਾਲ ਆਲਸ ਦੀ ਪਰਿਭਾਸ਼ਾ ਦਿੱਤੀ ਆ ਕਿ ਵੇਖੋ ਜਿਹੜਾ ਉਦਮ ਆ ਭਾਈ, ਇਹ ਤੇ ਉੱਤਮ, ਜਿਹੜਾ ਉੱਤਮ ਸ੍ਰੇਸ਼ਟ ਉਦਮ ਆ, ਇਹ ਮਿੱਤਰ ਵਰਤੋਂ ਕਹੀਏ ਵਰਗਾ ਆ। ਭਾਇਓ ਸੋ ਸਤਰ ਸਮਾਨ। ਪਰ ਉਹੀ ਉਦਮ ਕਹਿੰਦੇ ਵੈਰੀ ਸਮਾਨ ਦੇ ਭਇਓ ਕਹੀਏ ਹੋ ਗਿਆ। ਉਹ ਸਾਖੀ ਦਾ ਪ੍ਰਮਾਣ ਹੀ ਦਿੰਦੇ ਆ, ਜਿਵੇਂ ਵਿਦਵਾਨ ਸੰਪਰਦਾਇ ਮਹਾਂਪੁਰਸ਼ ਲਾਉਂਦੇ ਆ ਵੀ ਦੱਸ ਦਿੰਦੇ ਆ। ਆਲਸ ਸਤਰ ਮਿੱਤਰ ਜਿਉ, ਜਿਵੇਂ ਕਹਿੰਦੇ ਆਲਸ ਵੇਖੋ ਸਤਰੂ ਵੀ ਆ, ਵੈਰੀ ਵੀ ਆ, ਤੇ ਮਿੱਤਰ ਵੀ ਆ। ਉਭੈ ਵਿਪਰਜੈ ਗਿਆਨ, ਹਾਂਜੀ, ਇਹਨਾਂ ਦੋਨਾਂ ਦਾ ਉਲਟਾ ਹੀ ਗਿਆਨ ਹੈ, ਆਪੋ ਵਿੱਚ ਹੀ, ਆਲਸ ਦਾ ਵੀ ਤੇ ਉਦਮ ਦਾ ਵੀ। ਉਹ ਇਹ ਪ੍ਰਮਾਣ ਆ। ਸਾਖੀ ਵੀ ਲਾ ਦਿੰਦੇ ਆ ਵੀ ਕਿਸੇ ਨੇ ਆ ਕੇ ਕਿਹਾ ਚੱਲ ਭਾਈ ਅੱਜ ਫਲਾਣੀ ਥਾਂ ਅਸੀਂ ਅਮਕੇ ਆਦਮੀ ਨੂੰ ਕਤਲ ਕਰਨਾ, ਕੋਈ ਘਰ ਟੱਪਣਾ, ਬਿਨਾਂ ਸੋਚੇ ਸਮਝੇ ਝੱਟ ਉੱਠ ਕੇ ਉਸ ਨਾਲ ਚੱਲ ਪਿਆ, ਜਾ ਕੇ ਕਤਲ ਕਰ ਦਿੱਤਾ। ਮੌਕੇ 'ਤੇ ਵਾਰਦਾਤ ਕਰਦੇ ਫੜੇ ਗਏ, ਕੋਰਟ ਕਚਹਿਰੀ ਤੋਂ ਸਜ਼ਾ ਸੁਣਾਈ ਗਈ, ਜੇਲ੍ਹ ਚਲਾ ਗਿਆ, ਆਪ ਵੀ ਦੁਖੀ, ਪਰਿਵਾਰ ਵੀ ਦੁਖੀ। ਉੱਥੇ ਜੇਕਰ ਜਾਣ ਵੇਲੇ ਥੋੜ੍ਹੀ ਜਿੰਨੀ ਵੀ ਇਹ ਮਨੁੱਖ ਜਿਹੜਾ ਇਹ ਬੰਦਾ ਆਲਸ ਕਰ ਲੈਂਦਾ ਤਾਂ ਠੀਕ ਸੀ, ਪਰ ਉਹ ਉਦਮ ਇਹਨੇ ਕੀਤਾ, ਉਦਮ ਉਹ ਕਿਸੇ ਦੇ ਅਰਥ ਨਹੀਂ ਆਇਆ, ਕਿਸੇ ਕੰਮ ਨਹੀਂ ਆਇਆ। ਉਹ ਉਦਮ ਵੇਖੋ ਦੁਸ਼ਮਣ ਬਣ ਗਿਆ। ਇੱਥੇ ਆਲਸ ਕਰਨਾ ਹੀ ਚੰਗਾ ਸੀ। ਮਾੜੇ ਪਾਸੇ ਜਾਣ ਤੋਂ ਪਹਿਲਾਂ 100 ਵਾਰ ਸੋਚ ਵਿਚਾਰ ਕਰਨੀ ਚਾਹੀਦੀ ਆ, ਢਿੱਲ ਮੱਠ ਕਰ ਜਾਣੀ ਚਾਹੀਦੀ ਆ। ਇਹ ਆਲਸ ਮਿੱਤਰ ਦਾ ਕੰਮ ਕਰ ਜਾਂਦਾ। ਆਲਸ ਵੀ ਵੇਖੋ, ਜੇ ਆਪਾਂ ਆਲਸ ਚੰਗਾ ਨਾ, ਜਿੱਥੇ ਆਪਾਂ ਢਿੱਲ ਮੱਠ ਕਰ ਗਏ ਮਾੜੇ ਕੰਮ ਵਿੱਚ, ਉਹ ਚੰਗਾ ਆਲਸ। ਅਤੇ ਜਿੱਥੇ ਅਸੀਂ ਮਾੜੇ ਕੰਮ 'ਚ ਦਬਦਾ ਫੱਟ ਕੇ ਤੁਰ ਪਏ, ਉਦਮ ਵੇਖੋ ਹੋ ਗਿਆ ਨਾ ਵੈਰੀ ਸਮਾਨ। ਫਿਰ ਸਤ ਸੰਗਤ, ਨਾਮ ਸਿਮਰਨ, ਚੰਗੇ ਕੰਮਾਂ ਵੱਲੋਂ ਆਲਸ ਕਰਨੀ, ਇਹ ਦੁਸ਼ਮਣ ਸਮਾਨ ਹੈ। ਸਤਿਗੁਰੂ ਮਹਾਰਾਜ ਜੀ ਦੇ ਬਚਨ ਤੁਹਾਨੂੰ ਦੱਸ ਹੀ ਦਿੱਤੇ ਜੀ। ਠੀਕ ਹੈ ਜੀ। ਸੋ ਕਈ ਵਿਚਾਰਾਂ ਇਹ ਆਪਾਂ ਇੰਨੇ ਹੀ ਰੂਪ ਵਿੱਚ ਫੇ ਭਾਈ ਜਿਹੜਾ ਮਾੜੇ ਕੰਮ ਵੱਲੋਂ ਆਲਸ ਕਰ ਲਓ, ਉਹ ਮਿੱਤਰ ਆ, ਤੇ ਜਿਹੜਾ ਉਦਮ ਕਰਨਾ ਆ ਮਾੜੇ ਕੰਮ ਵੱਲ, ਉਹ ਸ਼ਤਰੂ ਸਮਾਨ ਹੈ। ਦੋਹਰਾ ਵਿਦਿਆ ਸੇਵ ਵਪਾਰ ਕ੍ਰਿਖ। ਹੁਣ ਅਗਲੇ ਦੋਹਰੇ ਵਿੱਚ ਵੀ ਸਾਨੂੰ ਮਹਾਨ ਸਿੱਖਿਆ ਦੇਣ ਲੱਗੇ ਆ। ਵਿਦਿਆ ਪੜ੍ਹਾ ਕੇ, ਸੇਵ ਕਹੀਏ ਸੇਵਾ ਕਰਨ ਨਾਲ, ਵਪਾਰ ਕ੍ਰਿਖ, ਵਪਾਰ ਤੇ ਕ੍ਰਿਖ ਕਹੀਏ ਖੇਤੀ। ਇਹਨ ਕਰ ਜਿਹ ਬ੍ਰਿਤ ਹੋਏ, ਇਹਨ ਕਹੀਏ ਇਹਨਾਂ ਕਰਕੇ, ਜਿਹ ਕਹੀਏ ਜਿਸ ਮਨੁੱਖ ਦੀ ਬ੍ਰਿਤ ਕਹੀਏ ਉਪਜੀਵਕਾ ਚੱਲਦੀ ਹੋਏ ਕਹੀਏ ਹੋਵੇ। ਇਹਨਾਂ ਨੂੰ ਕਰਨ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ। ਠੀਕ ਹੈ ਜੀ। ਵਿਦਿਆ ਕਰਕੇ, ਹਾਂਜੀ, ਸੇਵਾ ਕਰਕੇ। ਵਿਦਿਆ ਕੀ ਪੜ੍ਹਾਈ,
विद्या छोटी उम्र में कहते मतलब पढ़नी चाहिए, सेवा जी गुरु की ही करनी चाहिए है। तो कि गुरु अमरदास महाराज की आँदी है, हर की तुम सेवा करो हो सेवा ना तुम करो जी कोई जी, इतना तो आँदी पूरी याद नहीं मारे सच्चे पातशाह के बचन आਉਂਦੇ, गुर सेवा तपा सिर तप सार। हाँ जी, फिर व्यापार कि आ जड़ा वंज सौदागरी आदि करना है, क्रिख जी खेती जो बीजनी है तो वढ़नी ते आदि आ कहते इनकार जिहे बृत होए। इन्हां करके जे कि जिसका बृत गुजारा उपजीविका चलदा होए ना, हाँ जी, जिन्हां दा इन्हां चीज़ां करके परिवार चलदा होए, कृष्ण सर्ब के डंग ज्यों कहते जिवें कृष्ण कहिए काले सप दे डंग काले सप दे डंग वजन दे करन योग दृढ़ सोए। ते ओदा छेती जिहड़ा कोई उपचार आ ना, यतन आ, योग कहिए यतन करना ठीक है, करन योग करना योग करन योग यतन करना जो जो यतन करना, हाँ जी, वो पक्की तरह चंगी तरह ही करना चाहिए। इस तरह कोई छेती करना चाहिए। भगत कबीर जी कहते ना, कबीर काल करंता वह कर अब करता सो एताल, पाछे कुछ ना होएगा ज्यों सिर पार आवे काल। कहते कल जो करना भगत महाराज कहते आ हुणे कर, आ हुणे जो करना आ बिल्कुल हू बू छेती छेती कर दे, फिर पिछों कुछ नहीं होना जो सिर के उपर काल आ जाऊगा। इतने परमार्थ की विचार आ, मतलब भजन सिमरन बंदगी कर ला। ਜਿਹੜੇ ਤੂੰ कहना ना भी लड़के ਵਿਆਹ ਲਈਏ, ਮੁੰਡਾ ਵਿਆਹ ਲਈਏ, ਧਮਾਨ ਵੇਖ ਲਈਏ ਫਿਰ ਕਰਦੇ ਆ, ਇਹ ਕਹਿੰਦੇ ਚੀਜ਼ਾਂ ਛੱਡ ਦੇ, ਇਹ 'ਚ ਨਹੀਂ ਕੋਈ ਬਲਾ ਲੁਹਾ ਹੈਗਾ। ਬੰਦਗੀ ਸ਼ੁਰੂ ਕਰ, ਜਿਹੜਾ ਕੰਮ ਕਰਨ ਵਾਲਾ, ਵਿਦਿਆ ਪੜ੍ਹਨੀ, ਗੁਰੂ ਦੀ ਸੇਵਾ ਕਰਨੀ ਜਾਂ ਵਿਦਿਆ ਪੜ੍ਹਾ ਕੇ ਸੇਵਾ ਕਰਨੀ, ਹਾਂਜੀ, ਵਪਾਰ ਕਰਨਾ, ਖੇਤੀ ਕਰਨੀ, ਇਨ ਕਰ ਜਿਨ੍ਹਾਂ ਦੀ ਆਪਣੀ ਉਪਜੀਵਕਾ ਗੁਜ਼ਾਰਾ ਚੱਲਦਾ ਹੋਵੇ। कृष्ण सर्ब के डंग ज्यों ज्यों कहिए जिवें कृष्ण कहिए काले पद्म सप के कहिए दे, ਇਹ ਫਨ ਤੇ ਗਊ ਦੀ ਪੈਡ ਜਾਂ ਨਿਸ਼ਾਨ ਜਿਹਾ ਹੁੰਦਾ ਨਾ, ਜਿਹੜਾ ਆਪਾਂ ਫਨੀਅਰ ਜਿਹਾ ਕਹਿੰਦੇ ਹਾਂ, ਅੰਗਰੇਜ਼ੀ ਵਿੱਚ ਕੋਬਰਾ ਸੱਪ ਕਹਿੰਦੇ ਇਹਨੂੰ। ਇਹਦੇ ਵਿੱਚ ਬੜੀ ਜ਼ਹਿਰ ਹੁੰਦੀ ਹੈ, ਕਈ ਤੇ ਆ ਨੱਕ ਦੀਆਂ ਮੋਰੀਆਂ ਜਿਹੀ 'ਚ ਮਾਰਦੇ ਆ, ਜਾਂ ਮੁੱਖ ਦੇ ਅੰਦਰ ਦੇ ਦੋ ਛੇਕ ਉੱਥੋਂ ਮਾਰਦੇ, ਅੱਖਾਂ ਨੀਆਂ ਕਰ ਦਿੰਦੇ। ਅਤੇ ਇਸ ਦੇ ਡੰਗ ਮਾਰਨ ਤੋਂ ਤਤਕਾਲ ਕਹਿੰਦੇ ਜਿਵੇਂ ਕਾਲੇ ਸੱਪ ਦੇ ਡੰਗ ਮਾਰਨ ਦੇ ਤਤਕਾਲ ਪਾ ਛੇਤੀ ਹੀ, ਜਿਹੜਾ ਨਾ ਸੋਏ ਦਾ ਅਰਥ ਦਾ ਉਸ ਦਾ ਜਾਂ ਉਸ ਦਾ ਜਿਹੜਾ ਕੋਈ ਯੋਗ ਹੈ ਨਾ, ਇਲਾਜ ਕਰਨਾ, ਉਪਚਾਰ ਕਰਨਾ, ਯਤਨ ਕਰਨਾ, ਉਹ ਦ੍ਰਿੜ ਦ੍ਰਿੜ ਹੋ ਕੇ ਕਰਨਾ, ਪੱਕਾ ਕਰਨਾ। ਵੀ ਜਿਵੇਂ ਕਾਲਾ ਨਾਗ ਲੜ ਗਿਆ ਤੇ ਛੇਤੀ ਛੇਤੀ ਉਹਦਾ ਇਲਾਜ ਕਰਨਾ ਚਾਹੀਦਾ। ਜੇ ਦੇਰੀ ਹੋ ਗਈ ਤਾਂ ਡੰਗੇ ਮਨੁੱਖ ਦੀ ਮੌਤ ਹੋ ਸਕਦੀ। ਇਸ ਤਰ੍ਹਾਂ ਜਿਨ੍ਹਾਂ ਦੀ ਵਿੱਦਿਆ, ਸੇਵਾ, ਵਪਾਰ ਅਤੇ ਖੇਤੀ ਕਰਕੇ ਉਪਜੀਵਕਾ ਰੋਟੀ ਚੱਲਦੀ ਹੈ, ਉਸ ਨੂੰ ਵਿਹਲੇ ਨਹੀਂ ਮਤਲਬ ਬੈਠਣਾ ਚਾਹੀਦਾ, ਸਮੇਂ ਸਿਰ ਉੱਦਮ ਕਰਨਾ ਚਾਹੀਦਾ। ਉੱਦਮ ਦੀ ਹੀ ਗੱਲ ਆ, ਮਤਲਬ ਉਹਨਾਂ ਨੂੰ ਉੱਦਮ ਕਰਦੇ ਰਹਿਣਾ ਚਾਹੀਦਾ, ਵਿਹਲੇ ਨਹੀਂ ਬਹਿਣਾ ਚਾਹੀਦਾ। ਚਾਰ ਚੀਜ਼ਾਂ ਧਿਆਨ ਰੱਖੋ। ਖੇਤੀ ਜਿਹੜਾ ਕਰਦਾ, ਕਿਉਂਕਿ ਸਮੇਂ ਤੋਂ ਬਾਅਦ ਖੇਤੀ ਬੀਜੂ ਹੋਣੀ ਨਹੀਂ। ਵਪਾਰ ਵਿੱਚ ਢਿੱਲ ਕਰੂ, ਵਪਾਰ ਚੱਲਣਾ ਕੋਈ ਨਹੀਂ। ਗੁਰੂ ਦੀ ਸੇਵਾ ਜਨਮ 'ਚ ਛੱਡੂਗਾ ਅਤੇ ਅੱਗੇ ਮਿਲਣਾ ਕੋਈ ਨਹੀਂ। ਗੁਰ ਸੇਵਾ ਅਤੇ ਭਗਤ ਕਮਾਈ ਤਵੇ ਮਾਨਸ ਦੇ ਹੀ ਪਾਏ। ਵਿੱਦਿਆ ਨਹੀਂ ਪੜ੍ਹੂਗਾ, ਅਨਪੜ੍ਹ ਰਹਿ ਜੂਗਾ। ਛੇਤੀ ਛੇਤੀ ਕਰਨਾ ਚਾਹੀਦਾ। ਸੋਰਠਾ ਅਭਿਆਗਤ ਖੀਰਾਦ ਅਭਿਆਗਤ ਅਭਿਆਗਤ ਇਹ ਨਾ ਆਖੀ ਹੈ ਜਿਨ ਕੇ ਮਨ ਮੈਂ ਭਰਮ। ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਵੀ ਆਉਂਦਾ। ਅਭਿਆਗਤ ਹੁੰਦਾ ਸਾਧੂ, ਅਬ ਨਾਮ ਹੁੰਦਾ ਹਿਰਦੇ ਦਾ, ਹਿਰਦੇ ਦੀ ਇੱਛਾ ਅਨੁਸਾਰ ਆਗਤ ਕਹੀਏ, ਜਈਏ ਵਿੱਚੋਂ ਨਿਕਲ ਗਿਆ ਐੜਾ ਅਤੇ ਕੰਨਾ ਰਹਿ ਗਿਆ, ਉੱਦਾਂ ਬਣ ਗਿਆ ਅਭਿਆਗਤ। ਠੀਕ ਹੈ ਜੀ, ਜਾਂ ਯਈਆ ਹੀ ਐੜਾ ਬਣ ਗਿਆ,
हैं अब आगत। ये जइया अद्धा आ असल में सही रूप में, फिर ही अभ्यागत पाठ पढ़ांगे। अभ्यागत अभ्यागत पाठ नहीं वह करना, अभ्यागत पाठ करना। अभ्यागत अभ्यागत ये ना आखी है। हाँ जी। ते अभ्यागत अब नाम हिरदे का, हिरदे की इच्छा अनुसार आगत कहिए आउण वाला, भाव साधु महात्मा। कहते जिहड़ा साधु महात्मा नूं खीर आदि, खीर तो लैके आदि भाव कड़ाह पूड़ियां आदि जिहड़े है ना वो प्रसाद छका देवे तां वो साधु संत महात्मा मिठे भोजन छक के चौल आदि प्रसन्न हो जाते। खेती कर दरिद्र को आते समय सिर खेती चंगी कर कहिए करके दरिद्र गरीबी को कहिए गरीबी नूं दूर कर लिया जाता है। खेती करके दरिद्री नूं दूर कर लिया जाता, कोदार्थ नूं खेती करके गरीबी नूं किसान दूर कर लैंदा। हाँ जी। ते खेती करके गरीबी नूं दूर करके किसान प्रसन्न हो जाता। ते साधु जिहड़े आ उन्होंने खीर आदਿਕ पूड़ियां दे के प्रसन्न कर लईदा। अबला को दरबाद कहते धन दरब, अबला नाम इस्त्रियां। अबला एक इस्त्री का वाचक जां अबला समझ लो बहुवाचक है। अबला कहिए इस्त्रियां नूं कहते दरब, दरब तो आद गहने गट्टे वस्त्र, जिवें अज कल का लेपन पोचन बड़ा है, वो सारे पदार्थ भाव पैसे तो आदि जिन्ने पदार्थ ने इस्त्रियां दी लोड़वंद वो दे के प्रसन्न कर लईदा। अबला को कहिए इस्त्रियां नूं जां अपनी इस्त्री नूं। तथा शास्त्र कर सभा जिन, तथा कहिए तैसे ही जां इसे तरह ही, इसे प्रकार ही जिहड़े शास्त्र पढ़े होण ना विद्वान, वो शास्त्रां आदि दे पढ़न करके जिहड़ा है ना बड़ा विद्वान हो जाइए। सभा जिहड़ी सभा विद्वान दी उहनूं जित लिया जाता है। सभा नूं जित लिया जाता, भाव विद्वानां नूं प्रसन्न कर लईदा है शास्त्र दी विद्या आदि पढ़ करके। है सारी गल्लां च भी इत्थे भी उद्यमी। अभ्यागत खीराद साधु जिहड़े आ खीराद नाल खुश हो जाता है। खेती कर दरिद्र को, खेती करन करके जां खेती का काम कर करके जिहड़ा मेहनत आ, हाँ जी, वो मेहनत आदि खेती करके ते गरीबी नूं दूर किया जा सकदा वा। हाँ जी। ते अबलागत को दरबाद धन दौलत गहने आदि नाल इस्त्री नूं वस कर लईदा, खुश कर लईदा। तथा तैसे ही उवें ही शास्त्र, शास्त्र की पढ़ाई नाल जिहड़ी विद्वानां दी सभा आ उहनूं जित लईदा, जित्ती जा सकदी, खुश कर लईदा विद्वानां नूं। सारे खुश हो जांदे, बड़ा विद्वान है। अजकल दे जमाने नाल फोटोआं खिचवाउण लग पैंदे। जागृत हत है त्रास, जिस प्रकार सुता होया मनुख भयानक सुपने करके डर जाता, ते ओ सुपने का त्रास कहिए डर, जागृत कहिए जागण करके, जागण दे नाल हद कहिए नाश होया कहिए हो जाता। सुते होने आ भयानक सुपना आउंदा, कंगाल गरीब बनने करके डर जाने, जां कोई छाया छुया दिख पैंदी है। ते जागृत हत है त्रास कहते जागृत जागण दे नाल जिहड़ा ना सुपने का जिहड़ा त्रास डर आ वो हत नाश होया हो जाता। दुरभिख नासे ससी कान, जिवें इवें ही कहते दुरभिख कहिए जिहड़ा काल आ, अनादक दा खोटा काल आ। अनाद दा काल ससी कर कहिए, खेती कर कहिए करके नासे कहिए नस जाता, ते नासे कहिए नाश हो जाता। कल मौन कर नाश, लड़ाई नूं कहते जे बंद करना चाहुंदे हो ते कले जिहड़ी लड़ाई आ उहनूं मौन कहिए चुप करन नाल नाश कर लईदा। एक धिर चुप हो जाए तो दूजी धिर आपे बोल के हट जाती। एक चुप 100 सुख, तथा जाप कर पाप हद, तथा कहिए तैसे ही उवें ही जां इसे प्रकार ही
ਪਰਮਾਤਮਾ ਦੇ ਨਾਮ ਦਾ ਅਥਵਾ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਕਰਨ ਕਰਕੇ ਪਾਪ ਜਿਹੜੇ ਹੈ ਹੱਦ ਕਹੀਏ ਨਾਸ ਹੋ ਜਾਂਦੇ। ਹਾਂਜੀ, ਜਿਵੇਂ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਜੀ ਨੇ ਬਚਨ ਕੀਤੇ ਸੀ ਨਾ, ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖੇ ਹੋਏ। ਮਾਤਾ ਜੀ ਨੇ ਕਿਹਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਦਾਰ। ਗੁਰੂ ਅਰਜਨ ਸਾਹਿਬ ਮਹਾਰਾਜ ਬਚਨ ਲਿਖੇ, ਪੂਤਾ ਮਾਤਾ ਕੀ ਅਸੀਸ। ਹਾਂਜੀ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀਸ਼। ਹੇ ਪੁੱਤਰ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜਿਸ ਪਰਮੇਸ਼ਰ ਨੂੰ ਸਿਮਰਦਿਆਂ, ਜਿਸ ਗੁਰੂ ਰਾਮਦਾਸ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿਮਰਦਿਆਂ ਸਾਰੇ ਕਿਲ ਵਿਖ ਪਾਪ ਨਸ ਜਾਂਦੇ ਆ ਤੇ ਵੱਡਿਆਂ ਵਡੇਰਿਆਂ ਦੇ ਉਧਾਰ ਹੋ ਜਾਂਦਾ। हे ਸੁਪੁੱਤਰ ਮਹਾਰਾਜ, ਸੋ ਹਰ ਹਰ ਤੁਮ ਸਦ ਹੀ ਜਾਪੋ। ਉਹ ਪਰਮੇਸ਼ਰ ਦੇ ਨਾਮ ਨੂੰ, ਉਹ ਗੁਰੂ ਨਾਨਕ ਦੇਵ ਮਹਾਰਾਜ ਬਖਸ਼ੇ ਹੋਏ ਮੰਤਰ ਨੂੰ ਤੁਸੀਂ ਸਦਾ ਹੀ ਜਪੋ। ਜਾ ਕਾ ਅੰਤ ਨਾ ਪਾਰੋ, ਜਿਹਦਾ ਅੰਤ ਪਾਰਾਵਾਰ ਕੋਈ ਹੈ ਨਹੀਂ। ਸੋ ਇਸ ਕਰਕੇ ਪੰਡਿਤ ਹਰਦਿਆਲ ਜੀ ਵੀ ਸਾਨੂੰ ਪਰਮਾਤਮਾ ਦਾ ਨਾਮ ਜਪਣ ਬਾਰੇ ਇੱਥੇ ਕਹਿ ਰਹੇ ਆ। ਜਾਗਰਤ ਹੱਥ ਹੈ ਤਰਾਸ, ਪ੍ਰਮਾਣ ਪਹਿਲਾਂ ਬੜੇ ਦਿੱਤੇ ਆ। ਕਹਿੰਦੇ ਵੀ ਸੁੱਤਾ ਪਿਆ ਮਨੁੱਖ ਸੁਪਨੇ ਵਿੱਚ ਕਈ ਤਰ੍ਹਾਂ ਡਰਦਾ, ਜਾਗਰਤ ਕਹੀਏ ਜਾਗ ਕੇ ਜਾਗਣ ਦੇ ਉਹਦਾ ਤਰਾਸ ਡਰ ਜਿਹੜਾ ਉਹ ਹੱਥ ਹੋ ਜਾਂਦਾ, ਨਾਸ ਹੋ ਜਾਂਦਾ, ਦੂਰ ਹੋ ਜਾਂਦਾ। ਇਸੇ ਤਰ੍ਹਾਂ ਖੇਤੀ ਕਰਨ ਨਾਲ ਕਾਲ ਮਾੜੇ ਸਮੇਂ ਦਾ ਡਰ ਮੁੱਕ ਜਾਂਦਾ। ਦੁਰਭਿਖ ਕਹੀਏ ਮਾੜਾ ਸਮਾਂ, ਕਾਲ ਅੰਤਮ ਸਮਾਂ ਜਿਸ ਵਿੱਚ ਭਿੱਖਿਆ ਮਿਲਣੀ ਔਖੀ ਹੋਵੇ। ਦੁਰ ਦਾ ਅਰਥ ਹੁੰਦਾ ਔਖੀ, ਤੇ ਭਿਖ ਕਹੀ ਭਿੱਖਿਆ। ਜਦੋਂ ਭਿੱਖਿਆ ਮਿਲਣੀ ਵੀ ਦੁਰ ਖੋਟੀ ਹੋ ਜਾਏ ਨਾ, ਔਖੀ ਹੋ ਜਾਵੇ, ਉਹਨੂੰ ਕਹਿੰਦੇ ਕਾਲ। ਇਹ ਕਹਿੰਦੇ ਖੇਤੀ ਕਰਕੇ ਦੂਰ ਹੋ ਜਾਂਦਾ, ਕਿਉਂਕਿ ਅੰਨ ਅਨਾਜ ਪੈਦਾ ਹੋ ਜਾਂਦਾ। ਖੇਤੀ ਕਰਨ ਨਾਲ ਅਕਾਲ ਪਿਆ ਨਾਸ ਹੋ ਜਾਂਦਾ। ਇਸੇ ਤਰ੍ਹਾਂ ਇੱਕ ਕਾਲੇ ਮੌਨ ਕਰਨ ਨਾਸ, ਇੱਕ ਧਿਰ ਦੇ ਚੁੱਪ ਕਰਨ ਨਾਲ ਲੜਾਈ ਜਿਹੜੀ ਆ ਮੁੱਕ ਜਾਂਦੀ। ਤਿਵੇਂ ਤਥਾ ਜਾਪ ਕਰ ਪਾਪ ਹੱਥ, ਭਾਵ ਤੈਸੇ ਹੀ ਤਿਵੇਂ ਹੀ ਉਸ ਜਾਂ ਇਸੇ ਪ੍ਰਕਾਰ ਹੀ ਜਿਹੜੀ ਹੈ ਨਾਮ ਦਾ ਜਾਪ ਕਰਨ ਨਾਲ ਪਾਪਾਂ ਦਾ ਖਾਤਮਾ ਹੋ ਜਾਂਦਾ ਹੈ। ਉਹ ਇੱਥੇ ਸਾਖੀ ਵੀ ਇੱਕ ਹੈ ਕਾਲੇ ਮੌਨ ਕਰ ਨਾਸ ਦੀ, ਕਿ ਕਿਵੇਂ ਵੇਖੋ ਇੱਕ ਚੁੱਪ 100 ਸੁੱਖ ਦਾ ਫਲ ਦਿੰਦੀ ਹੈ। ਇੱਕ ਨੂੰਹ ਤੇ ਸੱਸ ਦਾ ਰੋਜ਼ ਲੜਾਈ ਝਗੜਾ ਹੁੰਦਾ ਰਹਿੰਦਾ ਸੀ, ਪਰ ਗੱਲ ਕਿਸੇ ਪਾਸੇ ਮੁੱਕਣ ਤੇ ਨਾ ਹੁੰਦੀ। ਇੱਕ ਦਿਨ ਨੂੰਹ ਜਿਹੜੀ ਹੈ ਪਿੰਡ ਦੇ ਕਿਸੇ ਮਹਾਤਮਾ ਦੇ ਟਿਕਾਣੇ 'ਤੇ ਗਈ। ਉਹਨਾਂ ਕੋਲ ਜਾ ਕੇ ਸਾਰੀ ਗੱਲ ਕੀਤੀ ਕਿ ਬਾਬਾ ਜੀ ਮਹਾਂਪੁਰਸ਼ੋ, ਕਿਵੇਂ ਵੀ ਹੋਏ ਸਾਡਾ ਘਰੇਲੂ ਝਗੜਾ ਖਤਮ ਕਰੋ। ਸੰਤ ਵੀ ਕਮਾਈ ਵਾਲੇ ਸਨ। ਸੰਤਾਂ ਨੇ ਕਾਗਜ਼ ਲੈ ਕੇ ਉਸ 'ਤੇ 4 ਟੁਕੜੇ ਕਰਕੇ ਤਹਿ ਲਾ ਕੇ ਉਸ ਬੀਬੀ ਨੂੰ ਦੇ ਦਿੱਤੇ, ਅਤੇ ਨਾਲ ਹੀ ਆਖਿਆ ਸੀ ਕਿ ਦੇਖ ਬੀਬਾ, ਜਦੋਂ ਤੇਰੀ ਸੱਸ ਲੜੇ ਤੂੰ ਇਹਨਾਂ ਵਿੱਚ ਇੱਕ ਤਵੀਤ ਮੂੰਹ ਵਿੱਚ ਰੱਖ ਲਈ ਅਤੇ ਘੁੱਟ ਕੇ ਦੰਦਾਂ ਹੇਠ ਦਬਾ ਲਈ। ਜਦੋਂ ਵੀ ਤੇਰੀ ਸੱਸ ਤੇਰੇ ਨਾਲ ਲੜੇ ਝਗੜੇ ਇੰਝ ਹੀ ਕਰਨਾ। ਉਹ ਬੀਬੀ ਘਰ ਗਈ। ਸੰਤ ਚੰਗੇ ਸਨ, ਨੇਤ ਨਹੀਂ ਕਹਿ ਪਾ ਕਰ ਦੇਣਾ, ਰੁਪਈਆ 10,000 ਲੱਗੂ, ਸੱਸ ਤੇਰੀ ਚੜ੍ਹਾਈ ਕਰਾ ਦਿਆਂਗੇ, ਸੱਸ ਦਾ ਭੋਗ ਹੀ ਪਾ ਦਿਆਂਗੇ। ਉਹ ਸੰਤ ਬੰਦਗੀ ਵਾਲੇ ਸਨ। ਉਹ ਬੀਬੀ ਘਰ ਗਈ। ਕਿਸੇ ਕਾਰਨ ਸੱਸ ਨੇ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਨੂੰਹ ਨੇ ਫਟਾਫਟ ਤਵੀਤ ਜਿਹੜਾ ਕੱਢਿਆ, ਕਿਉਂਕਿ ਮਾਈਆਂ ਬੀਬੀਆਂ ਨੂੰ ਵੀ ਬੜਾ ਭਰੋਸਾ ਹੁੰਦਾ ਬਾਬਿਆਂ 'ਤੇ, ਮੂੰਹ ਵਿੱਚ ਰੱਖ ਦੰਦਾਂ ਹੇਠ ਦਬਾ ਲਿਆ। ਸੱਸ ਬੋਲਦੀ ਰਹੀ, ਨੂੰਹ ਆਪਣੀ ਮਸਤੀ ਵਿੱਚ ਕੰਮ ਕਰਦੀ ਰਹੀ। ਅਖੀਰ ਥੱਕ ਕੇ ਪਿਛਾਂਹ ਹਟ ਗਈ ਅਤੇ ਕਹਿਣ ਲੱਗੀ, ਆਖੇ ਇਹ ਤਾਂ ਕੱਲ ਮੂੰਹੀ ਬੋਲਦੀ ਨਹੀਂ। ਕਈ ਦਿਨ ਜੀ ਸਿਲਸਿਲਾ ਚੱਲਦਾ ਰਿਹਾ। ਆਂਢ ਗੁਆਂਢੀ ਸੱਸ ਨੂੰ ਕਹਿਣ ਲੱਗੇ ਵੀ ਤੂੰ ਕਮਲੀ ਆ, ਨੂੰਹ ਤੇਰੀ ਅੱਗੋਂ ਬੋਲਦੀ ਨਹੀਂ ਆ, ਤੂੰ ਐਵੇਂ ਪਈ ਜਿਹੜੀ ਝਗੜੀ ਜਾਂਦੀ ਆ। ਉਸ ਨੂੰ ਸ਼ਰਮ ਆਈ ਅਤੇ ਚੁੱਪ ਕਰ ਗਈ। ਕਿ ਇੱਕ ਦਿਨ ਨੂੰਹ ਆਪਣੀ ਨੂੰ ਕਹਿੰਦੀ ਕਿ ਤੂੰ ਇੰਝ ਚੁੱਪ ਕਿਉਂ ਰਹਿੰਦੀ। ਨੂੰਹ ਕਹਿੰਦੀ, ਮਾਂ ਜੀ, ਮਾਤਾ ਜੀ, ਮੇਰੀ ਸੱਸ ਜੀ, ਆਪਣੇ ਪਿੰਡ ਵਾਲੇ ਸੰਤਾਂ ਕੋਲ ਗਈ ਸਾਂ। ਉਹਨਾਂ ਕੋਲ ਇਹ ਲੜਾਈ ਬੰਦ ਕਰਵਾਉਣ ਲਈ 2 ਹੱਥ ਜੋੜ ਬੇਨਤੀ ਕੀਤੀ ਸੀ। ਉਹਨਾਂ ਸੰਤਾਂ ਨੇ ਮੈਨੂੰ ਤਵੀਤ ਦਿੱਤੇ ਸਨ, ਉਹਨਾਂ ਦੀ ਕਿਰਪਾ ਨਾਲ ਕਿਹਾ ਵੀ ਆਹ ਕਰ ਲਿਆ ਕਰੀ। ਮੈਂ ਉੱਦਾਂ ਕਰਦੀ ਹਾਂ ਅਤੇ ਚੁੱਪ ਰਹਿੰਦੀ ਹਾਂ। ਸੱਸ ਕਹਿੰਦੀ, ਅੱਛਾ
ਹੁਣੇ ਜਾਂਦੀ ਹੈ ਲੋਕਾਂ ਦੇ ਘਰਾਂ ਵਿੱਚ ਤਵੀਤ ਪਾਉਣ ਵਾਲੇ ਬਾਬਿਆਂ ਕੋਲ। ਸੱਸ ਡੇਰੇ 'ਤੇ ਜਾਂਦੀ ਹੈ ਅਤੇ ਸੰਤਾਂ ਨੂੰ ਬੁਰਾ ਭਲਾ ਆਖਦੀ ਹੈ। ਤੂੰ ਕੀ ਕਹਿੰਦੀ ਹੈ? ਤੁਸੀਂ ਮੇਰੀ ਨੂੰਹ ਨੂੰ ਪਤਾ ਨਹੀਂ ਕੀ ਸਿਖਾ ਦਿੱਤਾ। ਡੇਰੇ ਜਾਂਦੀ ਸੰਤਾਂ ਨੂੰ ਬੁਰਾ ਭਲਾ ਆਖਦੀ, ਕਹਿੰਦੇ ਵੀ ਆ ਸੰਤੋ ਕੀ ਕਹਿੰਦੇ ਮੇਰੀ ਨੂੰਹ ਨੂੰ, ਪਤਾ ਨਹੀਂ ਕੀ ਸਿਖਾ ਦਿੱਤਾ। ਸੰਤ ਬੀਬੀ ਦੇਖ ਕੀ ਕਹਿੰਦੀ ਹੈ। ਸੱਸ ਅੱਗੋਂ ਬੋਲੀ, ਮੇਰੀ ਨੂੰਹ ਕਹਿੰਦੀ ਹੈ ਕਿ ਮੈਂ ਸੰਤਾਂ ਪਾਸੋਂ ਤਵੀਤ ਲੈ ਕੇ ਆਈ ਹਾਂ ਤੈਨੂੰ ਵੱਸ ਕਰਨ ਲਈ। ਸੰਤ ਕਹਿੰਦੇ ਕਿਹੜੇ ਤਵੀਤ ਨੇ, ਖੋਲ੍ਹ ਤਾਂ ਸਹੀ ਅਤੇ ਦਿਖਾ ਇਹਨਾਂ ਵਿੱਚ ਕੀ ਲਿਖਿਆ। ਸੰਤ ਸੱਸ ਜਿਹੜੀ ਆ ਤਵੀਤ ਖੋਲ੍ਹਦੀ ਹੈ ਅਤੇ ਕੀ ਦੇਖਦੀ ਹੈ ਕਿ ਵਿੱਚ ਕੁਝ ਵੀ ਨਹੀਂ ਲਿਖਿਆ, ਅਤੇ ਇੱਕਦਮ ਚੁੱਪ ਕਰ ਜਾਂਦੀ ਆ, ਅੱਖਾਂ ਸ਼ਰਮਿੰਦੀਆਂ ਹੋ ਜਾਂਦੀਆਂ। ਸੰਤ ਕਹਿਣ ਲੱਗੇ, ਬੀਬੀ ਚੁੱਪ ਕਿਉਂ ਵੱਟ ਗਈ ਆ, ਜਿਵੇਂ ਪਹਿਲਾਂ ਬੋਲਦੀ ਸੀ ਹੁਣ ਵੀ ਬੋਲ। ਸੱਸ ਕਹਿੰਦੀ, ਬਾਬਾ ਜੀ ਇਹਦੇ ਵਿੱਚ ਤਾਂ ਕੁਝ ਨਹੀਂ ਲਿਖਿਆ, ਤਵੀਤ ਕਾਹਦੇ ਹੋਏ ਜੋ ਲਿਖਿਆ ਕੱਖ ਨਹੀਂ। ਸੰਤ ਕਹਿਣ ਲੱਗੇ, ਦੇਖ ਬੀਬੀ ਅਸੀਂ ਕੋਈ ਤਵੀਤ ਨਹੀਂ ਕਿਸੇ ਨੂੰ ਦਿੰਦੇ, ਇਹ ਤਾਂ ਅਸਾਂ ਅੱਖੋਂ ਪਰੋਖੇ ਕਰਕੇ ਉਹ ਜੀ ਕੋਰੇ ਕਾਗਜ਼ 'ਤੇ ਟੁਕੜੇ ਲਪੇਟ ਕੇ ਦਿੱਤੇ ਸਨ ਅਤੇ ਕਿਹਾ ਸੀ ਕਿ ਜਦੋਂ ਤੇਰੀ ਸੱਸ ਲੜੇ ਦੰਦਾਂ ਹੇਠ ਰੱਖ ਲਈ, ਜਦ ਤੂੰ ਅੱਗੋਂ ਬੋਲੇਂਗੀ ਨਹੀਂ ਤਾਂ ਲੜਾਈ ਕਿਵੇਂ ਵਧੇਗੀ, ਆਪੇ ਝਗੜਾ ਮੁੱਕ ਜਾਵੇਗਾ। ਜੇਕਰ ਇੱਕ ਧੁਰ ਚੁੱਪ ਵੱਟ ਲਵੇ ਤਾਂ ਦੂਜੀ ਧਿਰ ਕਦ ਤੱਕ ਬੋਲੇਗੀ। ਹਾਂਜੀ। ਸੱਸ ਕਹਿਣ ਲੱਗੀ, ਹੁਣ ਸਮਝੀ ਬਾਬਾ ਜੀ ਤੁਸੀਂ ਕਿਹੜਾ ਤਵੀਤ ਦਿੱਤਾ ਸੀ। ਸੱਸ ਘਰ ਆ ਜਾਂਦੀ ਹੈ ਅਤੇ ਨੂੰਹ ਨੂੰ ਗਲ ਨਾਲ ਲਾ ਕੇ ਕਹਿੰਦੀ ਹੈ, ਮੈਂ ਤਾਂ ਕਮਲੀ ਸੀ ਧੀਏ, ਜਿਹੜੀ ਇੰਨੀ ਚੰਗੀ ਨੂੰਹ ਨਾਲ ਐਵੇਂ ਲੜਦੀ ਰਹੀ ਹਾਂ। ਸਾਰਾ ਘਰ ਖੁਸ਼ੀ ਵਿੱਚ ਝੂਮ ਉੱਠਦਾ ਹੈ। ਸੋ ਵਿਦਵਾਨ ਕਵੀ ਜੀ ਦਾ ਭਾਵ ਇਹ ਆ ਕਿ ਸਾਵਧਾਨੀ ਨਾਲ ਡਰ ਦੂਰ, ਖੇਤੀ ਨਾਲ ਕਾਲ ਦੂਰ, ਇੱਕ ਧਿਰ ਦੇ ਚੁੱਪ ਹੋਣ ਨਾਲ ਕਲੇਸ਼ ਖਤਮ, ਨਾਮ ਸਿਮਰਨ ਨਾਲ ਮਾੜੇ ਕਰਮ ਨਾਸ ਹੋ ਜਾਂਦੇ। ਇਹ ਪੰਡਿਤ ਹਰਦਿਆਲ ਜੀ ਨੇ ਗੱਲ ਜ਼ਰੂਰ ਲਿਖੀ ਹੈ, ਪਰ ਇਹ ਕਲਯੁਗੀ ਜੀਵ ਦੇ ਸਾਧ ਸੰਗਤ ਜੀ ਹੁਣ ਇਹੋ ਜਿਹੇ ਆ, ਜੇ ਇੱਕ ਚੁੱਪ ਕਰ ਗਿਆ ਦੂਜਾ ਕਹਿੰਦਾ ਮੇਰੇ ਤੋਂ ਡਰਦਾ। ਫਿਰ ਲੋਕ ਉਹ ਮੂਰਖ ਲੋਕ ਇਹੋ ਜਿਹੇ ਇੰਨਾ ਗੰਦ ਪਾਉਂਦੇ ਆ। ਪੰਡਿਤ ਹਰਦਿਆਲ ਜੀ ਨੇ ਲਿਖਿਆ ਨਾ, ਪੰਡਿਤ ਗੁਲਾਬ ਸਿੰਘ ਜੀ ਨੇ, ਕਿ ਜੇ ਮੂਰਖ ਆ ਕੇ ਬੋਲੋ ਨਾ ਕਹਿੰਦੇ ਮੇਰੇ ਤੋਂ ਡਰਦਾ, ਜੇ ਬੋਲੋ ਫਿਰ ਕਹਿੰਦੇ ਅਕਲ ਨਹੀਂ ਸਿਖਾਈ। ਇਹ ਮੂਰਖ ਲੋਕਾਂ ਨੂੰ ਕੋਈ ਸਮਝਾ ਨਹੀਂ ਸਕਦਾ। ਜਦੋਂ ਚੁੱਪ ਕਰ ਜਾਈਦਾ ਅੱਗੋਂ ਗਾਲ ਪੈਂਦੇ ਫਿਰ ਤੇ, ਕਿਉਂਕਿ ਸਾਰੇ ਆਪਾਂ ਘਰਾਂ ਵਿੱਚ ਵਿਚਰਦੇ ਹਾਂ, ਜੇ ਘਰ ਦੇ ਕੋਈ ਮੈਂਬਰ ਵਿਗੜੇ ਨੂੰ ਨਾ ਸਮਝਾਓ ਉਹ ਦਿਨ ਬੇ ਦਿਨ ਵਿਗੜਦਾ ਹੀ ਜਾਂਦਾ। ਉਹਨੂੰ ਨਹੀਂ ਸ਼ਰਮ ਆਉਂਦੀ ਵੀ ਮੈਨੂੰ ਕਹਿੰਦੇ ਕੁਝ ਨਹੀਂ ਆ, ਮੇਰੇ ਬਾਰੇ ਕੋਈ ਗੱਲ ਨਹੀਂ ਕਰਦੇ ਅਤੇ ਮੈਨੂੰ ਨਹੀਂ ਚਾਹੀਦਾ, ਮੈਂ ਛੱਡ ਦੇਣਾ ਚਾਹੀਦਾ ਆਪਣਾ ਸਿਲਸਿਲਾ, ਮੈਨੂੰ ਆਪਣਾ ਕੁਕਰਮ ਛੱਡ ਦੇਣਾ ਚਾਹੀਦਾ, ਮਾੜਾ ਕੰਮ ਛੱਡ ਦੇਣਾ ਚਾਹੀਦਾ, ਮੈਨੂੰ ਆਪ ਹੁਜਤਬਾਜ਼ੀ ਛੱਡ ਦੇਣੀ ਚਾਹੀਦੀ। ਉਹ ਦੂਣੀ ਕਰਦਾ ਵੀ ਸਾਰਾ ਟੱਬਰ ਟੀਰ ਮੇਰੇ ਤੋਂ ਡਰਦਾ ਵਾ, ਹੁਣ ਮੈਂ ਬਦਮਾਸ਼ ਹਾਂ। ਸੋ ਮੂਰਖ ਗੰਢ ਪਵੈ ਮੁਹਿ ਮਾਰ, ਗੁਰਬਾਣੀ ਮੁਤਾਬਕ ਲੜਾਈ ਵੀ ਚੁੱਪ ਕੀਤਾ ਹੋ ਜਾਂਦੀ, ਇੱਕ ਚੁੱਪ ਸੌ ਸੁੱਖ। ਪਰ ਜਿਹੜੇ ਮੂਰਖ ਹੱਦੋਂ ਟੱਪ ਜਾਣ, ਉਹਨਾਂ ਦੇ ਮੂੰਹ 'ਤੇ ਚਪੇੜਾਂ ਵੱਜ ਜਾਣ ਅਤੇ ਉਹ ਫਿਰ ਆਰਾਮ ਦੇ ਨਾਲ ਬੈਠ ਜਾਂਦੇ। ਇਹ ਵੀ ਸਿਧਾਂਤ ਆ ਗੁਰਬਾਣੀ ਦੇ ਮੁਤਾਬਕ ਹੀ, ਕਿਉਂਕਿ ਜਿਹੜੇ ਸਾਧ ਸੰਗਤ ਜੀ ਵਿਗੜ ਜਾਣ ਉਹਨਾਂ ਦਾ ਕੋਈ ਹੱਲ ਵੀ ਆਪਾਂ ਕਰ ਨਹੀਂ ਸਕਦੇ। ਉਹਨਾਂ ਦੇ ਤਾਂ ਫਿਰ ਇਹੋ ਹੀ ਹੱਲ ਆ ਵੀ ਉਹਨਾਂ ਦੇ ਜਿਹੜੇ ਆ ਹੱਥ ਹੌਲੇ ਕੀਤੇ ਜਾਣ। ਦੋਹਰਾ ਦੈਵ ਚਿਤਵਣੀ ਧਾਰ ਕਰ, ਦੈਵ ਕਹੀਏ ਪਰਮੇਸ਼ਰ, ਪਰਮੇਸ਼ਰ ਦੀ ਚਿਤਵਣੀ ਕਈ ਇੱਛਾ ਮੁੱਖ ਧਾਰਨ ਕਰਕੇ ਉਦਮ ਤਿਆਗੇ ਨਾਹੀਂ। ਕਦੇ ਵੀ ਕਹਿੰਦੇ ਉਦਮ ਨੂੰ ਤਿਆਗਣਾ ਨਾ ਕਰੇ, ਭਾਵ ਜੀਵ ਉਦਮ ਜ਼ਰੂਰ ਕਰਦਾ ਹੈ। ਬਿਨ ਉਦਮ ਕਹੋ ਕੌਣ ਕੋ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਆ, ਕਹੋ ਕਹੀਏ ਦੱਸਣਾ ਕਰੋ, ਕਹੋ ਭਾਈ ਬਿਨ ਉਦਮ, ਬਿਨਾਂ ਉਦਮ ਕੀਤਿਆਂ ਤੋਂ ਕੌਣ ਕਹੀਏ, ਕਿਹਨੂੰ ਜਾਂ ਕਿਸੇ ਨੂੰ ਦੱਸੋ, ਕੌਣ ਕੋ ਭਾਵ ਕਿਸੇ ਨੂੰ। ਹਾਂਜੀ। ਮਿਲੇ ਤੇਲ ਤਿਲ ਮਾਹੇ, ਕਦੀ ਤਿਲ ਮਾਹੇ, ਤਿਲਾਂ ਵਿੱਚੋਂ ਮਾਹੇ ਕਈ ਵਿੱਚੋਂ, ਤਿਲਾਂ ਵਿੱਚੋਂ ਕਦੀ ਤੇਲ ਮਿਲਿਆ, ਭਾਵ ਤੇਲਾਂ ਵਿੱਚੋਂ ਤੇਲ ਕੱਢਣ ਲਈ ਉਦਮ ਕਰਨਾ ਪੈਂਦਾ, ਉਹਨੂੰ ਕੋਹਲੂ ਵਿੱਚ ਪੀੜਨਾ ਪੈਂਦਾ। ਇਸ ਲਈ ਜਿਹਨੂੰ ਉਦਮਵਾਨ ਹੋਣਾ ਚਾਹੀਦਾ, ਭਾਵ ਸਰੀਰ ਨੂੰ ਤਾ ਕੇ ਕੁਝ ਮਿਲਦਾ, ਉੱਦਾਂ ਨਹੀਂ ਮਿਲਦਾ। ਵੇਦ ਵੇਖੋ ਪ੍ਰਮਾਣ ਕੱਢਾ ਦਿੱਤਾ, ਮਿਲੇ ਤੇਲ ਤਿਲ ਮਾਹੇ, ਕਦੀ ਤਿਲਾਂ ਵਿੱਚ ਤੇਲ ਮਿਲਿਆ ਬਿਨਾਂ ਉਦੋਂ ਤੋਂ ਕਿਸੇ ਨੂੰ, ਉਦਮ ਭਾਈ ਕਰਨਾ ਹੀ ਪੈਂਦਾ।
ਉਦਮ ਨਹੀਂ ਕਰਾਂਗੇ ਤਾਂ ਕੁਝ ਹੋ ਨਹੀਂ ਸਕਦਾ। ਹਾਂ ਇੱਕ ਗੱਲ ਜ਼ਰੂਰ ਹੈ, ਕੋਈ ਇਹ ਨਾ ਆਖੇ ਕਿ ਉਦਮ ਮੈਂ ਕਰਦਾ, ਜਾਂ ਲੋਕਾਂ ਦਾ ਕਹਿਣਾ ਵੀ ਕਹਿੰਦੇ ਉਦਮ ਕਰੀਏ ਤੇ ਫੇਰ ਹੀ ਪਰਮਾਤਮਾ ਹੱਥ ਫੜਦਾ। ਨਹੀਂ ਨਹੀਂ, ਸਤਿਗੁਰੂ ਸਾਰਾ ਉਦਮ ਕਰਾਉਂਦੇ। ਇਹੀ ਬੇਨਤੀ ਕਰੀਏ, ਮਹਾਰਾਜ ਤੁਸੀਂ ਸਾਡੇ ਤੋਂ ਉਦਮ ਕਰਾ। ਹਾਂਜੀ, ਤੈਬ ਚਿਤਵਨੀ ਧਾਰ ਕਰ। ਦੈਵ ਕਹੀਏ ਪਰਮਾਤਮਾ, ਪਰਮੇਸ਼ਰ, ਪ੍ਰਭੂ ਵਾਹਿਗੁਰੂ, ਉਸ ਅਕਾਲ ਪੁਰਖ ਦੀ ਜਿਹੜੀ ਚਿਤਵਨੀ ਕਹੀਏ ਇੱਛਾ ਨਾ, ਭਾਵ ਯਾਦਗਾਰ, ਉਹਦੀ ਯਾਦ ਨੂੰ ਧਾਰ ਕਰਕੇ, ਭਾਵ ਈਸ਼ਵਰ ਦੇ ਨਾਮ ਦੀ ਇੱਛਾ ਧਾਰ ਕਰਕੇ ਉਦਮ ਨੂੰ ਨਾ ਛੱਡੇ। ਕਰ ਉਦਮ ਤਿਆਗੇ ਨੇ, ਕਦੇ ਉਦਮ ਨਾ ਛੱਡੇ। ਬਿਨ ਉਦਮ ਕਹੋ ਕੌਣ ਕੋ, ਕਹੋ ਕਹੀਏ ਦੱਸੋ ਭਾਈ ਕੌਣ, ਕੌਣ ਹੈ ਜਿਹਨੂੰ ਬਿਨਾਂ ਉਦਮ ਤੋਂ ਕੁਝ ਮਿਲਿਆ, ਜਾਂ ਕੌਣ ਕੋ ਕਹੀਏ ਕਿਸੇ ਨੂੰ ਬਿਨਾਂ ਉਦਮ ਤੋਂ ਕੁਝ ਮਿਲਿਆ ਹੈ। ਕਹੋ ਕਹੀਏ ਦੱਸੋ। ਮਿਲੇ ਤੇਲ ਤਿਲ ਮਾਹੀ, ਤਿਲਾਂ ਵਿੱਚੋਂ ਕਦੀ ਤੇਲ ਮਿਲਿਆ ਕਿਸੇ ਨੂੰ ਬਿਨਾਂ ਉਦਮ ਤੋਂ? ਇਹ ਸਭ ਕਰਨੇ ਪੈਂਦੇ। ਠੀਕ ਹੈ ਜੀ। ਇਹ ਬੜੇ ਉੱਤਮ ਵਿਚਾਰ ਪੰਡਿਤ ਹਰਦਿਆਲ ਜੀ ਜਿਹੜੇ ਆ ਉਹ ਸਾਨੂੰ ਦੱਸ ਰਹੇ ਆ। ਸੋ ਅੱਜ ਆਪਾਂ ਇੱਥੇ ਜਿਹੜੀ ਸਮਾਪਤੀ ਕਰ ਦਈਏ। ਸਮਾਂ ਕਾਫੀ ਉੱਪਰ ਹੋ ਗਿਆ, ਵਚਨ ਬਹੁਤ ਬਹੁਤ ਉੱਚੇ ਆ, ਅਤੇ ਸਮਾਂ ਵੀ ਚਲੋ ਲੱਗ ਹੀ ਜਾਂਦਾ, ਕਿਉਂਕਿ ਵਿਚਾਰ ਜਿੱਥੇ ਹੁੰਦੀ ਹੈ ਸਮਾਂ ਵੀ ਲੱਗ ਹੀ ਜਾਂਦਾ। ਉਂਝ ਮਹਾਨ ਵਿਚਾਰਾਂ ਕਰਨ ਦਾ ਸਮਾਂ ਪ੍ਰਾਪਤ ਹੋ ਰਿਹਾ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਵਿਚਾਰਾਂ ਦੀ ਸਮਾਪਤੀ। ਦੈਵ ਚਿਤਵਨੀ ਧਾਰ ਕਰ, ਉਦਮ ਤਿਆਗੇ ਨਾਹੀਂ। ਬਿਨ ਉਦਮ ਕਹੋ ਕੌਣ ਕੋ, ਮਿਲੇ ਤਿਲ ਤਿਲ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।